ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਦਾ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਹਲਤ ਬਲਤ ਮੁਖੂਜਲ ਹੋਈ ਹੈ ਨਿਤ ਧਿਆਈਐ ਹਰ ਕੋਖ ਨਿਰੰਜਨਾ ਜੈ ਹਰ ਸਿਮਰਨ ਪਾਇਆ ਤੈ ਬਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਾਵ ਜਲ ਕਰਨਾ ਜਪ ਮਨ ਸਾਧ ਸੰਗ ਸਾਰੇ ਟੌਣ ਨਿਵਾਸੀ ਪ੍ਰੇਮੀ ਕੰਮਾਂ ਕਾਰਾਂ ਦੀ ਨਾ ਪਰਵਾਹ ਕਰਦੇ ਹੋਏ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ। ਆਪਣੇ ਸਤਿਗੁਰੂ ਨੂੰ
ਜੈਸੀ ਭਾਵਨਾ ਸਿੱਖ ਦੀ ਹੋਣੀ ਚਾਹੀਦੀ ਹੈ ਗੁਰੂ ਤੇ, ਵੈਸੀ ਭਾਵਨਾ ਮਨ ਦੇ ਵਿੱਚ ਰੱਖਦੇ ਹੋਏ ਸ਼ਰਧਾ ਦੇ ਨਾਲ ਨਮਸਕਾਰ ਕਰੋ। ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਆਓ ਜਿਸ ਵਾਸਤੇ ਗੁਰੂ ਦੀ ਹਜ਼ੂਰੀ 'ਚ ਪਹੁੰਚੇ ਆ, ਉਹ ਸਾਡਾ ਕੀ ਫਰਜ਼ ਹੈ ਇੱਥੇ ਆਉਣ ਦਾ। ਜਿਹੜਾ ਕੋਈ ਇਨਸਾਨ ਕਿਤੇ ਜਾਂਦਾ ਤਾਂ ਉਹ ਕਿਸੇ ਲਾਭ ਵਾਸਤੇ ਜਾਂਦਾ ਹੈ। ਉਹ ਜਿਹੜਾ ਜੀਵ ਆਤਮਾ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਇਸ ਨੂੰ ਮਨੁੱਖਾਂ ਦੇ ਸੰਬੰਧ ਕਰਕੇ ਇਸ ਨੇ ਜਿੱਥੋਂ ਇਹ ਵਿਛੜ ਗਿਆ ਨਿਰਾਕਾਰ ਵਾਹਿਗੁਰੂ ਚੋਂ, ਉਸ ਦੇ ਵਿੱਚ ਮਿਲਣ ਦਾ ਉਪਾਅ ਕਰਨਾ। ਉਪਾਅ ਵੀ ਆਪ ਨਹੀਂ ਕਰ ਸਕਦਾ ਇਹ। ਜੈਸੇ ਦੁਨਿਆਵੀ ਵਿਦਿਆ, ਜੇ ਕੋਈ ਕਹੇ ਮੈਂ ਬਗੈਰ ਸਕੂਲ ਕਾਰਜਾਂ ਤੋਂ MA ਦੀ ਡਿਗਰੀ ਲੈ ਲਾਂਗਾ, ਨਹੀਂ ਲੈ ਸਕਦਾ। ਅਸੂਲ ਹੁੰਦੇ ਹਨ ਹਰ ਇੱਕ ਕੰਮ ਦੇ। ਜਿਹੜਾ ਪਰਮੇਸ਼ਰ ਜਾਂ ਵਾਹਿਗੁਰੂ ਨੂੰ ਮਿਲਣਾ, ਇਹਦੇ ਵੀ ਅਸੂਲ ਨੇ। ਦੱਸਿਆ ਵੀ ਇਸਨੇ ਪਹਿਲਾਂ ਤਾਂ ਗੁਰੂ ਵਾਲਾ ਬਣਨਾ। ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ, ਇਹਨੂੰ ਪਰਮਾਰਥ ਦੀ ਸੋਝੀ ਹੋਈ ਨਹੀਂ ਆ ਸਕਦੀ। ਉਹ ਗੁਰੂ ਵਾਲਾ ਬਣ ਕੇ ਫਿਰ ਇਸਨੇ ਹੌਲੀ ਹੌਲੀ ਨਾਮ ਦਾ ਅਭਿਆਸ ਕਰਨਾ। ਜਿੰਨਾ ਚਿਰ ਇਹ ਸੰਸਕਾਰ ਅੰਮ੍ਰਿਤ ਨਹੀਂ ਛਕਦਾ, ਨਾਮ ਦੀ ਪ੍ਰਾਪਤੀ ਨਹੀਂ ਹੋਵੇਗੀ। ਜੈਸੇ ਸਾਇਸ਼ ਕਿਰਤੀ ਦੇ ਵਿੱਚ ਲਿਖਿਆ, ਗੁਰ ਮੰਤਰ ਹੀਣਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਨ ਕੂਕਰਾ ਸ਼ੂਕਰਾ ਗਰਦਵਾ ਕਾਕਾ ਸਰਪਨ ਤੁਰਖਲਾ। ਹੀਣਾ ਕੌਣ ਹੈ? ਗੁਰਮੰਤਰ ਕਿਸ ਨੂੰ ਨਹੀਂ ਪ੍ਰਾਪਤ ਹੋਇਆ? ਜਿਹੜਾ ਨਗੁਰਾ, ਜਿਹੜਾ ਗੁਰੂ ਵਾਲਾ ਬਣ ਗਿਆ, ਗੁਰੂ ਨੇ ਫਿਰ ਉਸ ਨੂੰ ਮੰਤਰ ਦੇਣਾ। ਅੱਗੇ ਜੋ ਮੰਤਰ ਦੀ ਤਾਕਤ ਆ, ਉਸ ਨੇ ਆਪਣੀ ਹਿੰਮਤ ਨਾਲ ਪ੍ਰਾਪਤ ਕਰਨੀ ਹੈ। ਜੈਸੇ ਡਾਕਟਰ ਹੈ, ਉਸਨੇ ਗੋਲੀਆਂ ਦੇ ਦਿੱਤੀਆਂ ਜਾਂ ਹੋਰ ਪੀਣ ਵਾਲੀ ਦਵਾਈ ਬਹੁਤ ਕਿਸਮ ਦੀਆਂ ਹੁੰਦੀਆਂ ਨੇ, ਬਿਮਾਰੀ ਦੇਖ ਕੇ ਕਿਹਾ ਭਾਈ ਇਸ ਤਰ੍ਹਾਂ ਦੇ ਨਾਲ ਖਾਣੀਆਂ ਨੇ, ਆਲੇ 'ਚ ਰੱਖਦੀਆਂ, ਖਾਣੀ ਸ਼ੁਰੂ ਨਹੀਂ ਕਰੀ ਹੈ, ਤਾਂ ਫਿਰ ਉਹ ਡਾਕਟਰ ਦੀ ਕਸੂਰ ਨਹੀਂ, ਕਸੂਰ ਉਹਦਾ ਆਪਣਾ ਜਿਹੜਾ ਖਾਂਦਾ ਨਹੀਂ ਹੈ। ਉਹ ਇਸੇ ਤਰ੍ਹਾਂ ਜਦ ਗੁਰੂ ਵਾਲਾ ਬਣੇਗਾ, ਜਦ ਤਾਂ ਗੁਰੂ ਸਾਹਿਬ ਜੀ ਆਪ ਸਨ, ਜਦ ਤਾਂ ਆਪ ਮੰਤਰ ਦਿੰਦੇ ਹੁੰਦੇ ਸਨ। ਜੋ 5 ਪਿਆਰਿਆਂ ਨੂੰ ਕਲਗੀਧਰ ਮਹਾਰਾਜ ਜੀ ਨੇ ਮੰਤਰ ਦਿੱਤਾ, 2 ਮੰਤਰ ਨੇ ਗੁਰੂ ਘਰ ਦੇ। ਇੱਕ ਮੂਲ ਮੰਤਰ ਹੈ, ਇੱਕ ਗੁਰ ਮੰਤਰ ਹੈ। ਉਹਨਾਂ ਤੋਂ ਬਾਅਦ ਜਦ 5 ਪਿਆਰਿਆਂ ਦੀ ਸਾਜਨਾ ਕਰਕੇ ਉਹਨਾਂ ਨੂੰ ਕਲਗੀਧਰ ਮਹਾਰਾਜ ਜੀ ਨੇ ਇਹ ਜਿਹੜਾ ਵਾਹਿਗੁਰੂ ਮੰਤਰ ਆ ਉਹ ਦੱਸਿਆ ਗੁਰਮੁਖੋਂ। ਹੁਣ ਕਿੱਥੋਂ ਮਿਲਦਾ? 5 ਪਿਆਰਿਆਂ ਕੋਲੋਂ। 5 ਪਿਆਰਿਆਂ ਦਾ ਕੋਈ ਆਪਣਾ ਨਹੀਂ ਬਣਾਇਆ ਹੋਇਆ, ਨਹੀਂ। ਉਹਨਾਂ ਨੂੰ ਵੀ ਗੁਰੂ ਕੋਲੋਂ ਮਿਲਿਆ ਜੋ ਕੁਛ ਮਿਲਿਆ। ਜੋ ਮਿਲਿਆ ਗੁਰੂ ਕੋਲੋਂ ਅੱਗੇ ਵਰਤਾਉਂਦੇ ਨੇ ਉਹ ਗੁਰਮੁਖ। ਇਸ ਤਰ੍ਹਾਂ ਦੇ ਨਾਲ ਮਨੁੱਖਾਂ ਦੇ ਪ੍ਰਾਪਤ ਹੋ ਗਈ, ਗੁਰੂ ਵਾਲੇ ਬਣ ਕੇ ਨਾਮ ਮਿਲ ਗਿਆ। ਫਿਰ ਨਾਮ ਦਾ ਅਭਿਆਸ ਨਹੀਂ ਸ਼ੁਰੂ ਕਰਿਆ। ਜੋ ਨਾਮ ਦੀ ਤਾਕਤ ਕਦੇ ਮਨ ਦੇ ਵਿੱਚ ਲਾਗੂ ਨਹੀਂ ਹੋਵੇਗੀ।
ਇਹ ਅਸੂਲ ਹੈ ਪਰਮੇਸ਼ਰ ਦਾ। ਦੁਨਿਆਵੀ ਪਦਾਰਥਾਂ ਦੇ ਵੀ ਅਸੂਲ ਨੇ। ਜੈਸੇ ਪਾਰਸ ਦੀ ਬੱਟੀ ਹੁੰਦੀ ਆ ਕਿ ਜਿਹਨੂੰ ਪੱਥਰ ਕਹਿੰਦੇ ਨੇ, ਉਹਦੇ ਵਿੱਚ ਤਾਕਤ ਹੈ। ਪੱਥਰ ਦੇ ਵਿੱਚ, ਸਾਰੇ ਪੱਥਰ 'ਚ ਨਹੀਂ ਹੈ ਤਾਕਤ। ਉਹ ਕੋਈ ਵੱਟੀ ਹੈ। ਜਿਸ ਤਰ੍ਹਾਂ ਪੱਥਰ, ਹੀਰਾ ਵੀ ਪੱਥਰ ਹੀ ਆ, ਉਹਦੀ ਕਿਤਨੀ ਕੀਮਤ ਹੈ। ਆਮ ਵੀ ਪੱਥਰ ਪਿਆ, ਕੋਈ ਪੁੱਛਦਾ ਨਹੀਂ ਪੱਥਰ ਨੂੰ। ਉਹਦਾ ਸੁਭਾਅ ਹੈ ਪੱਥਰ ਦਾ। ਕਹਿੰਦੇ 8 ਧਾਤਾਂ ਨੇ, ਲੋਹਾ, ਪਿੱਤਲ, ਗਿਲਟ, ਕਾਂਸ਼ੀ, ਇਹ ਜਿਹੇ। ਕਹਿੰਦੇ ਲੋਹੇ ਨੂੰ ਪਾਰਸ ਦੇ ਨਾਲ ਜੋੜ ਦੋ, ਟੱਚ ਕਰ ਦੋ। ਉਹ ਜਿਹੜਾ ਲੋਹਾ ਉਸਦਾ ਸੁਭਾਅ ਲੈ ਲਵੇਗਾ, ਕੀ ਸੋਨਾ ਬਣ ਜਾਵੇਗਾ, ਸ਼ਕਲ ਬਦਲ ਜਾਵੇਗੀ। ਲੋਹੇ ਦੀ ਸ਼ਕਲ ਹੈ ਕਾਲੀ, ਸੋਨੇ ਦੀ ਸ਼ਕਲ ਹੈ ਸੁਨਹਿਰੀ। ਉਹ ਇਸ ਤਰ੍ਹਾਂ ਦੱਸਿਆ ਵੀ ਜੇ ਨਹੀਂ ਜੁੜੇਗਾ ਤਾਂ ਪਾਰਸ ਦੇ ਵਿੱਚ ਕੋਈ ਕਸੂਰ ਨਹੀਂ ਹੈ। ਉਹ ਨਾ ਜੁੜਨ ਦਾ ਕਸੂਰ ਹੈ ਲੋਹੇ ਦਾ। ਆਪਣੇ ਆਪ ਲੋਹਾ ਕਦੇ ਨਹੀਂ ਜੁੜੇਗਾ, ਕੋਈ ਜੋੜੇਗਾ ਤਦ ਜੁੜੇਗਾ। ਪਾਰਸ ਵੀ ਠੋਸ ਹੈ, ਲੋਹਾ ਵੀ ਠੋਸ ਹੈ। ਜਿਹੜਾ ਜੋੜੇਗਾ ਉਹ ਚੇਤਨ ਹੋਵੇਗਾ। ਆਓ ਇਸੇ ਤਰ੍ਹਾਂ ਸਰੀਰ ਵੀ ਠੋਸ ਹੈ, ਮਨ ਹੈ ਜਿਹੜਾ, ਇਹ ਵੀ ਠੋਸ ਹੀ ਹੈ। ਇਹਨੂੰ ਹੁਣ ਜੋੜਨਾ ਕਿਹਨੇ? ਨਾਮ ਦੇ ਨਾਲ ਗੁਰੂ ਨੇ ਜੋੜਨਾ। ਆਓ ਇਹਦੀ ਵੀ ਸ਼ਕਲ ਬਦਲ ਜਾਵੇਗੀ, ਨਾਲ ਇਹਦੀ ਕੀਮਤ ਬਹੁਤ ਹੋ ਜਾਵੇਗੀ। ਆਓ ਇਸ ਤਰ੍ਹਾਂ ਦੇ ਨਾਲ ਦੱਸਿਆ ਗੁਰੂ ਵਾਲਾ ਬਣ ਕੇ। ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ, ਜਿਹੜੇ ਸਿਮਰਨ ਕਰਦੇ ਨੇ। ਸਿਮਰਨ ਕਿਹਦਾ ਕਰਨਾ? ਨਾਮ ਦਾ। ਅਭਿਆਸ ਕਿਹਦਾ ਕਰਨਾ? ਨਾਮ ਦਾ। ਆਹ ਇਸ ਤਰ੍ਹਾਂ ਦੇ ਨਾਲ ਪ੍ਰਭੂ ਕਾ ਸਿਮਰਨ, ਰਿੱਧ ਸਿੱਧ ਨੌ ਨਿੱਧ। ਸਿਮਰਨ ਤਾਂ ਸਾਰੇ ਸਿੱਖ ਕਰਦੇ ਆ ਆਪਾਂ, ਕਰਨਾ ਵੀ ਚਾਹੀਦਾ। ਪਰ ਉਹ ਜਿਹੜੀ ਗੁਰੂ ਸਾਹਿਬ ਨੇ ਤਾਕਤ ਦੱਸੀ ਹੈ ਸਿਮਰਨ ਦੀ, ਉਹ ਨਹੀਂ ਆਪਣੇ ਚ ਆਈ ਹੈ। ਇੱਥੋਂ ਹੁਣ ਆਪਾਂ ਅਨੁਮਾਨ ਲਾ ਲਓ ਵੀ ਆਪਾਂ ਜਿਵੇਂ ਗੁਰੂ ਸਾਹਿਬ ਜੀ ਨੇ ਸਿਮਰਨ ਦੱਸਿਆ ਕਰਿਆ ਨਹੀਂ ਹੈ। ਜੇ ਕਰਦੇ ਤਾਂ ਜੋ ਫਿਰ ਸਿਮਰਨ ਦੀ ਤਾਕਤ ਆ, ਜਿਵੇਂ ਮਹਾਂਪੁਰਸ਼ਾਂ ਦੇ ਵਿੱਚ ਆਉਂਦੀ ਹੈ, ਗੁਰਸਿੱਖਾਂ ਦੇ ਵਿੱਚ ਆਉਂਦੀ ਆ, ਆਨ ਮਤਾਂ ਦੇ ਸਾਧੂਆਂ ਦੇ ਵਿੱਚ ਆਉਂਦੀ ਹੈ। ਉਹਨਾਂ ਨੇ ਜਿਸ ਤਰੀਕੇ ਸਿਰ ਸਿਮਰਨ ਕਰਨਾ ਦੱਸਿਆ ਨਾ, ਉਸ ਤਰੀਕੇ ਸਿਰ ਕਰਿਆ। ਉਹ ਫਿਰ ਕਰਨ ਦਾ ਫਲ ਕੀ ਹੋਇਆ? ਨਾਮ ਦੇ ਵਿੱਚੋਂ ਤਾਕਤ ਪੈਦਾ ਹੋ ਗਈ। ਤਾਕਤ ਕਦ ਪੈਦਾ ਹੋਈ? ਜਦ ਉਹ ਮਨ ਨਾਮ ਦੇ ਨਾਲ ਜੁੜਿਆ। ਆਓ ਜਿੰਨਾ ਚਿਰ ਮਨ ਨਾਮ ਦੇ ਨਾਲ ਨਹੀਂ ਜੁੜਦਾ, ਸਿਮਰਨ ਤਾਂ ਆਪਾਂ ਵੀ ਕਰੀ ਜਾਂਦੇ। ਹੋਰ ਵੀ ਜਿਹੜੇ ਸਤਕਰਮ ਨੇ, ਬਾਣੀ ਵੀ ਪੜ੍ਹਦੇ ਆ, ਸੇਵਾ ਵੀ ਕਰਦੇ ਆ, ਪਰਉਪਕਾਰ ਵੀ ਕਰਦੇ ਆ। ਹਰ ਇੱਕ ਕੰਮ ਦਾ ਕੋਈ ਅਸੂਲ ਹੈ। ਜਿੰਨਾ ਚਿਰ ਉਹ ਨਹੀਂ ਅਪਣਾਇਆ ਜਾਂਦਾ, ਉਸ ਬਾਣੀ ਦੀ, ਨਾਮ ਦੀ ਤਾਕਤ ਉਸ ਮਨ ਦੇ ਵਿੱਚ ਕਦੇ ਪੈਦਾ ਨਹੀਂ ਹੋਵੇਗੀ। ਆਓ ਦੋ ਵਸਤੂਆਂ ਮਿਲਦੀਆਂ ਨੇ ਸਿਮਰਨ ਕਰਨ ਵਾਲੇ ਨੂੰ। ਇੱਕ ਤਾਂ ਕਹਿੰਦੇ ਉਹ ਸ਼ਕਤੀਸ਼ਾਲੀ ਹੋ ਜਾਂਦਾ, ਅਗਲੀ ਜਿਹੜੀ ਤਾਕਤ ਹੈ, ਜਿਸ ਤਾਕਤ ਤੇ ਹੋਇਆ ਇਸ ਦਾ ਜੀਵਨ ਸਫਲਾ ਹੋਣਾ। ਆ ਜਿਹੜਾ ਮਨੁੱਖਾ ਸਰੀਰ ਮਿਲਿਆ ਨਾ ਆਪਾਂ ਨੂੰ, ਇਹ ਜਿੰਨਾ ਚਿਰ ਜੰਮਣ ਮਨ ਸੇ ਰਹਿਤ ਨਹੀਂ ਹੁੰਦਾ ਤਾਂ ਇਹਦਾ ਜਿਹੜਾ ਚੱਕਰ ਆ ਫਿਰਨਾ ਤੁਰਨਾ ਨਹੀਂ ਮਿਟੇਗਾ।
ਗੁਰੂ ਸਾਹਿਬ ਨੇ ਲਿਖਿਆ ਨਾ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ਼ ਦੇ ਲਹੀ ਉਪਦੇਸ਼ ਕਿਹਨੂੰ ਹੈ? ਸਰੀਰ ਨੂੰ ਉਪਦੇਸ਼ ਨਹੀਂ ਹੈ। ਉਪਦੇਸ਼ ਤਾਂ ਜਿਹੜਾ ਦੇ ਅੰਦਰ ਹਰਕਤ ਕਰਦਾ ਨਾ, ਇਹਨੂੰ ਹਿਲਾਉਂਦਾ ਚਲਾਉਂਦਾ, ਉਸ ਨੂੰ ਉਪਦੇਸ਼ ਹੈ। ਜੇ ਤਾਂ ਉਹ ਉਪਦੇਸ਼ ਸੁਣ ਲਵੇਗਾ, ਸੁਣੂ ਤਦ ਜੇ ਸਰੀਰ ਦੇ ਵਿੱਚ ਹਾਜ਼ਰ ਰਹੇਗਾ। ਜੇ ਸਰੀਰ ਇੱਥੇ ਬੈਠਾ ਹੈ, ਉਹ ਸ਼ਹਿਰ ਦੇ ਵਿੱਚ ਫਿਰਦਾ ਹੈ, ਤਾਂ ਫਿਰ ਬਾਣੀ ਨਾਲ ਕੀ ਲੱਗੇਗਾ? ਸਰੀਰ ਨੇ ਲੱਗਣਾ ਬਾਣੀ ਨਾਲ ਨਹੀਂ। ਸਫੁਰਨ ਸ਼ਕਤੀ ਹੈ ਇਹ, ਜਿਹਨੂੰ ਮਨ ਕਹਿੰਦੇ ਨੇ। ਕਈ ਨਾਮ ਨੇ ਇਸ ਦੇ, ਜਿਹਾ ਜਿਹਾ ਫੁਰਨਾ ਕਰਦਾ ਹੈ ਜਾਂ ਨਾਮ ਪੈ ਗਿਆ। ਆਓ ਜਿੰਨਾ ਚਿਰ ਨਾਮ ਨਾਲ ਨਹੀਂ ਜੁੜਦਾ ਹੈ, ਜਿਵੇਂ ਦੁਨੀਆ ਦੇ ਮਨ ਪੜ੍ਹਾਈ ਔਰ ਮਿਹਨਤ ਨਾਲ ਜੋੜ ਕੇ ਫਿਰ ਉਹ ਚੰਗੀ ਰੋਟੀ ਖਾਣ ਲੱਗ ਜਾਂਦੇ ਨੇ। ਜਿਸ ਤਰ੍ਹਾਂ ਇੱਕ ਡਾਕਟਰ ਹੈ, ਮਿਨਿਸਟਰ ਹੈ, ਇੰਜੀਨੀਅਰ ਹੈ, 16 ਸਾਲ ਪਹਿਲਾਂ ਕਾਲਜਾਂ ਸਕੂਲਾਂ ਦੇ ਵਿੱਚ ਫਿਰਦਾ, ਅਣਥੱਕ ਮਿਹਨਤ ਕਰਦਾ, ਰਾਤ ਨੂੰ ਵੀ ਕਰਦਾ, ਕਈ ਬੰਨ੍ਹ ਕੇ ਵੀ ਕਰਦਾ। ਉਹਦਾ ਫੁਰਨਾ ਕੀ ਹੈ? ਫੁਰਨਾ ਉਹਦਾ ਹੈ ਬਈ ਮੈਂ ਉੱਚ ਕੋਟੀ ਦਾ ਬੰਦਾ ਬਣ ਜਾ, ਚੰਗੀ ਮਾਦਕ ਮੇਰੇ ਕੋਲ ਐਸੀ ਹੋ ਜਾਵੇ। ਉਹ ਮਿਹਨਤ ਦਾ ਫਲ ਪਹਿਲਾਂ ਮਸ਼ੱਕਤ ਹੈ, ਫਿਰ ਉਸ ਦਾ ਫਲ ਮਿਲਦਾ ਹੁੰਦਾ। ਜੇ ਫਲ ਨਾ ਹੋਵੇ ਅਗਲਾ ਕਰੇ ਹੀ ਨਾ। ਜੇ ਫਲ ਨਾ ਹੋਵੇ ਤਾਂ ਫਿਰ ਸਾਰੀ ਸਾਰੀ ਰਾਤ ਮਹਾਂਪੁਰਸ਼ ਕਿਉਂ ਬੈਠਦੇ ਸਨ? ਔਰ ਰੇਰੂ ਸਾਹਿਬ ਵਾਲੇ ਮਹਾਰਾਜ ਜੀ, ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਸਾਨੂੰ ਦੱਸਦੇ ਹੁੰਦੇ ਸਨ, ਬੜੇ ਕਹਿੰਦੇ ਉਹ ਸਾਨੂੰ ਕਿਹਾ ਕਰਦੇ ਸਨ, ਕਾਕਾ 22 ਸਾਲ ਅਸੀਂ ਮੰਜੇ ਦੇ ਨਾਲ ਢੂ ਲਾ ਕੇ ਨਹੀਂ ਦੇਖਿਆ। 22 ਸਾਲ ਮੈਂ ਕਹਿਤਾ ਦਿੱਤਾ ਜਵਾਨ ਨਾਲ। ਜੇ ਨਾ ਮੰਜੇ ਨੂੰ ਢੂ ਲਾਉਣੀ ਹੋਵੇ ਫੇਰ ਪਤਾ ਲੱਗਦਾ। ਐਵੇਂ ਤਾਂ ਨਹੀਂ ਇਹ ਤਾਕਤ ਆਉਂਦੀ ਮਨ ਦੇ ਵਿੱਚ ਗੁਰੂ ਕੋ। 22 ਸਾਲ ਨਾ ਸੌਣਾ, ਦੇਖੋ ਕਿਤਨੀ ਤਾਕਤ ਰੱਖਦਾ। ਤੇ ਫਿਰ ਸ਼ਕਤੀਸ਼ਾਲੀ ਤਾਂ ਆਪੇ ਹੀ ਹੋ ਜਾਣਾ ਹੋਇਆ। ਸੁਰਤ ਨੂੰ ਨਾਮ ਦੇ ਨਾਲ ਜੋੜਨਾ, ਯਾਨੀ ਸ਼ਬਦ ਦੀ ਖੋਜ ਕਰਨੀ। ਖੋਜ ਕੀਤਿਆਂ ਹੀ ਪਦਾਰਥ ਪ੍ਰਾਪਤ ਹੁੰਦੇ, ਖੋਜ ਨਹੀਂ ਪ੍ਰਾਪਤ ਹੋਣਗੇ। ਦੇਖ ਲਓ ਆਪਾਂ ਕਿਵੇਂ ਝੂਠ ਚਪੱਠਾ ਬੋਲ ਕੇ ਇੱਥੇ ਆਏ ਆ, ਕਿੰਨੀ ਮਿਹਨਤ ਕਰੀ ਆ, ਕਿਵੇਂ ਏਰੀਆਂ ਫੇਰੀਆਂ ਕਰਕੇ ਇਸ ਮੁਲਕ ਦੇ ਵਿੱਚ ਆਏ ਆ। ਆਪਣਾ ਫੁਰਨਾ ਕੀ ਸੀ ਬਈ ਪੌਂਡ ਕਮਾਵਾਂ, ਕੋਈ ਰੱਬ ਨੂੰ ਮਿਲਣ ਦਾ ਫੁਰਨਾ ਤਾਂ ਨਹੀਂ ਹੈ। ਇਸ ਤਰ੍ਹਾਂ ਨਾਲ ਜਿਹਨਾਂ ਨੂੰ ਫਿਰ ਈਸ਼ਵਰ ਦੇ ਪਾਸੇ ਦਾ ਸ਼ੌਂਕ ਲੱਗਦਾ, ਜਿਵੇਂ ਆਪਾਂ ਨੂੰ ਮਾਇਆ ਦਾ ਸ਼ੌਂਕ ਲੱਗਿਆ ਹੋਇਆ, ਜਾਂ ਵਡਿਆਈਆਂ ਦਾ ਸ਼ੌਂਕ ਲੱਗਿਆ ਹੋਇਆ, ਜਾਂ ਹੋਰ ਅਹੁਦੇ ਸ਼ਹੁਦੇ ਨੇ ਦੁਨੀਆ ਦਾ, ਉਹਨਾਂ ਦਾ ਲੱਗਿਆ ਹੋਇਆ, ਜਿਹੜੇ ਫਿਰ ਇਸ ਤਰ੍ਹਾਂ ਦੇ ਨਾਲ ਪਰਮਾਰਥ ਕਰਨੀ ਉਹਨਾਂ ਦੇ ਦਿਲ ਦੇ ਵਿੱਚ ਵੀ ਆਉਂਦਾ। ਉਹ ਕਦ ਦਿਨ ਆਵੇ ਜਦ ਮੇਰਾ ਜਿਹੜਾ ਸਰੀਰ ਹੈ, ਜਿਹੜਾ ਮਨੁੱਖਾ ਦੇਹ ਹੈ, ਉਹ ਸਫਲਾ ਹੋ ਜਾਵੇ, ਮੈਨੂੰ ਨਜਾਤ ਪ੍ਰਾਪਤ ਹੋ ਜਾਵੇ। ਆਪਾਂ ਤਾਂ ਨਜਾਤ ਜਾਣਦੇ ਹੀ ਨਹੀਂ ਕੀ ਹੁੰਦੀ ਹੈ। ਆਪਾਂ ਤਾਂ ਜਾਣਦੇ ਹੀ ਨਹੀਂ ਮੁਕਤ ਕੀ ਹੈ। ਪਦਾਰਥ ਜਾਣਦੇ ਆ, ਧੀਆਂ ਪੁੱਤਰਾਂ ਦੇ ਆਲੇ ਦੁਆਲੇ ਭੱਜੇ ਫਿਰੀ ਜਾਂਦੇ ਆ। ਇਹ ਫਿਰਨਾ ਖਾਸ ਫਾਇਦੇਮੰਦ ਨਹੀਂ ਹੈ। ਹਾਂ ਵਿਹਾਰ ਹੈ, ਉਹ ਤਾਂ ਕਰੀ ਜਾਣਾ। ਵਿਹਾਰ ਤਾਂ ਮਹਾਂਪੁਰਸ਼ ਵੀ ਕਰਦੇ ਹੁੰਦੇ ਨੇ, ਵਿਹਲੇ ਬਹਿੰਦੇ ਨੇ। ਰੇਰੂ ਸਾਹਿਬ ਵਾਲੇ ਮਹਾਰਾਜ ਜੀ ਸਾਰੀ ਸਾਰੀ ਰਾਤ ਬਾਹਰ ਬਹਿੰਦੇ ਸਨ। ਕਦੇ ਗੋਖੇ ਦੀ ਛੱਪੜੀ 'ਤੇ ਬੈਠਦੇ ਸਨ, ਕਦੇ ਬਗੀਚੇ 'ਚ, ਕਦੇ ਪਰੇ ਅੰਤਰਸਰ ਚਲੇ ਜਾਂਦੇ ਸੀ GT ਰੋਡ 'ਤੇ, ਫਿਰ ਸਾਰਾ ਦਿਨ ਹਲਵਾਉਂਦੇ ਸੀ। ਮਹਾਂਪੁਰਸ਼ ਵੀ ਕੁਛ ਨਾ ਕੁਛ ਕਰਦੇ ਨੇ ਦੁਨੀਆ ਦੇ ਭਲੇ ਵਾਸਤੇ ਗੁਰੂ ਤੋਂ। ਇਸ ਤਰ੍ਹਾਂ ਦੇ ਨਾਲ ਕਹਿੰਦੇ ਜਿਹੜਾ ਪ੍ਰਮੁੱਖ ਹੈ ਸਿਮਰਨ, ਗਿਆਨ, ਧਿਆਨ, ਤਤ, ਬੁੱਧ, ਜਦ ਕਹਿੰਦੇ ਇਹ ਪ੍ਰਾਪਤ ਹੋ ਜਾਵੇਗੀ, ਇਨਸਾਨ ਦਾ ਜਨਮ ਮਰਨ ਕੱਟਿਆ ਜਾਵੇਗਾ। ਉਹ ਨਿਰਾਕਾਰ ਵਾਹਿਗੁਰੂ ਦੇ ਵਿੱਚ ਜਿਹੜਾ ਜੀਵ ਹੈ ਨਾ, ਇਹ ਫਿਰ ਉਹਦੇ ਵਿੱਚੋਂ ਭੇਦ ਹੋ ਜਾਵੇਗਾ। ਭੇਦ ਹੋਈ ਚੀਜ਼ ਨਿਕਲ ਨਹੀਂ ਸਕਦੀ। ਕੈਸੇ? ਜੈਸੇ ਦਰਿਆ ਪਾਣੀ ਦਾ ਜਾਂ ਸਮੁੰਦਰ ਹੁੰਦੇ ਹਨ,
ਹਵਾ ਦੇ ਵੇਗ ਨਾਲ ਪਾਣੀ ਬਾਹਰ ਚਲਾ ਗਿਆ, ਟੋਏ 'ਚ ਚਲਾ ਗਿਆ, ਛੋਟਾਪਨ ਹੋ ਗਿਆ, ਵਿੱਚ ਡੰਗਰ ਫਿਰਨ ਲੱਗ ਗਏ, ਉਹਦੇ 'ਚ ਮੈਲ ਪੈਦਾ ਹੋ ਗਈ, ਆਪਣੇ 'ਚ ਵੀ ਮੈਲ ਹੋਈ ਹੋਈ ਹੈ। ਗੁਰੂ ਸਾਹਿਬ ਜੀ ਦੱਸਦੇ ਨੇ ਨਾ, ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ, ਕਾਲਾ ਹੋਇਆ ਛਿਆ, ਖੰਡਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਣ ਪਾ। ਮਨ ਦੀ ਮੈਲ ਹੋਰ ਹੈ, ਸਰੀਰ ਦੀ ਮੈਲ ਹੋਰ ਹੈ। ਮਨ ਦੀ ਮੈਲ ਨੂੰ ਨਹੀਂ ਆਪਾਂ ਜਾਣਦੇ, ਕਿਹੜੀ ਮੈਲ ਲੱਗਦੀ ਹੈ ਮਨ ਨੂੰ। ਮਨ ਦੀ ਮੈਲ ਆ ਜਦ ਇਹ ਮਾੜੇ ਫੁਰਨੇ ਕਰਦਾ, ਕਾਲਾ ਹੋਣਾ ਸ਼ੁਰੂ ਹੋ ਜਾਂਦਾ। ਜਾਂ ਇਹ ਚੰਗੇ ਫੁਰਨੇ ਕਰਦਾ, ਸੇਵਾ ਕਰਾਂਗਾ, ਬਾਣੀ ਪੜਾਂਗਾ, ਸਮਝੋ ਮੈਲ ਲੈਣੀ ਸ਼ੁਰੂ ਹੋ ਗਈ। ਜਿਵੇਂ ਲੀੜੇ ਦੇ ਵਿੱਚ ਮੈਲ ਜੇ ਦੂਰ ਕਰਨੀ ਹੋ ਫਿਰ ਕੀ ਤਰੀਕਾ, ਸਾਬਣ। ਉਹ ਮਨ ਦੀ ਮੈਲ ਨੂੰ ਨਾਮ ਨੇ ਦੂਰ ਕਰਨਾ ਕਰੋ। ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਜਿਹੜਾ ਸਿਮਰਨ ਕਰੇਗਾ ਉਸੇ ਨੂੰ ਇਹ ਅਵਸਥਾ ਪ੍ਰਾਪਤ ਹੋਵੇਗੀ। ਇਨਸਾਨ ਹੋਣ ਦੇ ਨਾਲ ਤੇ ਇੱਕੋ ਜਿਹੇ ਨੇ, ਪਰ ਅਵਸਥਾ ਇੱਕੋ ਜਿਹੀ ਨਹੀਂ ਹੈ। ਜਿਹੜੇ ਗੁਰਸਿੱਖ ਗ੍ਰਸਤ ਦੇ ਵਿੱਚ ਰਹਿੰਦੇ ਨੇ, ਹੁੰਦੇ ਤਾਂ ਗ੍ਰਸਤੀਆਂ ਵਰਗੇ ਹੀ ਨੇ। ਉਹ ਬਾਝ ਕਿਰਿਆ ਉਹਨਾਂ ਦੀ ਸਾਰੀ ਗ੍ਰਸਤੀਆਂ ਵਾਲੇ ਕਰਦੇ ਨੇ, ਪੁੱਤਰ ਧੀਆਂ ਵਿਆਹੁੰਦੇ ਨੇ, ਜੋ ਕੁਛ ਸਾਰਾ ਵਿਹਾਰ, ਪਰ ਜਿਹੜੀ ਅੰਦਰੂਨੀ ਉਹਨਾਂ ਦੀ ਅਵਸਥਾ ਹੁੰਦੀ ਆ ਉਹ ਹੋਰ ਹੁੰਦੀ ਆ। ਉਹਨੂੰ ਕੋਈ ਜਾਣ ਹੀ ਨਹੀਂ ਸਕਦਾ ਕਰੋ ਸੋ। ਜਾਂ ਤਾਂ ਤਰਕਾਲੀ ਮਹਾਤਮਾ ਜਾਣੇ, ਜਾਂ ਫਿਰ ਜਿੱਥੋਂ ਪ੍ਰਾਪਤ ਹੋਈ ਆ ਗੁਰੂ ਕੋਲੋਂ ਉਹ ਜਾਣੇ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਨਾਮ ਹੈ ਨਾ, ਬਹੁਤ ਚਿਰ ਤੋਂ ਇਹ ਪ੍ਰਸੰਗ ਚੱਲਿਆ ਆਉਂਦਾ, ਅਜੇ ਸਮਾਪਤ ਨਹੀਂ ਹੋਇਆ। ਦੱਸਿਆ ਵੀ ਜਿਹੜਾ ਨਾਮ ਹੈ ਨਾ, ਨਾਮ ਉਸ ਦੀ ਕੋਈ ਕੀਮਤ ਨਹੀਂ ਪਾ ਸਕਦਾ, ਨਾ ਜਾਣ ਸਕਦਾ। ਗੁਰੂ ਸਾਹਿਬ ਨੇ ਲਿਖਿਆ, ਸਾਈਂ ਨਾਮ ਅਮੋਲ, ਸਾਰੇ ਸਥੂਲ ਪ੍ਰਾਪਤਾਂ ਦੀ ਕੀਮਤ ਹੈ, ਪਰ ਜਿਹੜਾ ਨਾਮ ਹੈ ਵਾਹਿਗੁਰੂ ਦਾ, ਇਹ ਤਾਂ ਅਮੁੱਲੀ ਚੀਜ਼ ਹੈ ਜੀ, ਕੀਮਤ ਨਹੀਂ ਕੋਈ ਪਾ ਸਕਦਾ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ। ਹੁਣ ਜਿਹੜਾ ਆਪਣੇ ਅੰਦਰ ਇੱਕ ਫੁਰਨਾ ਜਿਹਾ ਉੱਠਦਾ ਨਾ, ਉਸ ਨੂੰ ਆਪਾਂ ਨੇ ਸਰੀਰ ਤੋਂ ਬਾਹਰ ਨਹੀਂ ਜਾਣ ਦੇਣਾ ਹੈ, ਕਿਉਂ ਇਹਦੇ ਦੁਆਰੇ ਬਹੁਤੇ ਨੇ। ਜੇ ਇੱਕ ਨੂੰ ਰੋਕਦਾ ਦੂਏ ਤਾਂ ਹੀ ਭੱਜ ਜਾਂਦਾ ਹੈ। 9 ਦੁਆਰੇ ਨੇ। ਜਿਹੜਾ ਇਹਦਾ ਅਸਲੀ ਘਰ ਆ ਉਹ ਗੁਪਤ ਆ, ਉਹ ਇਸ ਨੂੰ ਪਤਾ ਹੀ ਨਹੀਂ। ਇਸ ਨੂੰ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ। ਜਿੱਥੇ ਪ੍ਰਗਟ ਨੇ ਉੱਥੇ ਗੁਪਤ ਹੈ, ਕੋਲ ਹੀ ਹੈ, ਕੋਲ ਹੀ ਹੈ। ਜੇ ਆਦਮੀ ਭੁੱਲ ਜਾਵੇ ਰਾਹ ਗੁਰੂ ਕੋਲ, ਭਾਵੇਂ ਕੋਲ ਹੀ ਹੋਵੇ, ਉਹਨੂੰ ਭੁਲੇਖਾ ਪੈ ਜਾਂਦਾ, ਚਾਹੇ ਉੱਥੇ ਹੀ ਫਿਰੀ ਜਾਵੇ। ਆਓ ਆਪਣੇ ਮਨ ਨੂੰ ਹਾਜ਼ਰ ਰੱਖ ਕੇ ਸੁਣਨਾ ਤਾਂ ਮਨ ਨਹੀਂ ਹੈ ਨਾ। ਕਈ ਇਨਸਾਨ ਖੜੇ ਗੱਲਾਂ ਕਰਦੇ ਹੁੰਦੇ ਨੇ, ਉਹ ਜਿਹੜਾ ਗੱਲਾਂ ਕਰਦਾ ਦੂਆ ਸੁਣਦਾ, ਉਹਦਾ ਖਿਆਲ ਸਰੀਰ 'ਚ ਨਹੀਂ ਕਿਤੇ ਬਾਹਰ। ਜੋ ਗੱਲ ਕਰ ਹਟਦਾ ਹੈ, ਕਹਿੰਦਾ ਬਈ ਮੈਨੂੰ ਤਾਂ ਸਮਝ ਨਹੀਂ ਆਈ ਤੇਰੀ। ਕਿਉਂ? ਕਹਿੰਦਾ ਮੇਰਾ ਮਨ ਹਾਜ਼ਰ ਨਹੀਂ ਸੀ। ਸੁਣਨਾ ਔਰ ਸਮਝਣਾ ਮਨ ਨੇ ਹੈ ਗੁਰੂ ਕੋ। ਆਓ ਮਨੁੱਖਾਂ ਦੇ ਵਿਧੀ ਹੈ, ਇਸ ਨੂੰ ਸਫਲ ਕਰਨ ਦਾ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ, ਨਹੀਂ ਤਾਂ ਇਹਦੀ ਲਿਮਟ ਹੈ, ਉਮਰ ਹੈ, ਇਹਨੇ ਤਾਂ ਡਿੱਗ ਜਾਣਾ। ਉਹ ਜਿਹੜਾ ਜੀਵ ਹੈ, ਰੂਹ ਮਰਦੀ ਨਹੀਂ ਹੈ, ਉਹ ਕਿਸੇ ਹੋਰ ਸਰੀਰ 'ਚ ਚਲੀ ਜਾਊਗੀ ਕਰਮਾਂ ਅਨੁਸਾਰ। ਪੜੋ ਪ੍ਰੇਮ
ਜਾਂ ਵਾਹਿਗੁਰੂ ਦਾ ਨਾਮ ਕਹਿੰਦੇ ਉਹਦੀ ਕੋਈ ਕੀਮਤ ਨਹੀਂ ਹੈ। ਕੀਮਤ ਹੁੰਦੀ ਹੈ ਸਰਗੁਣ ਅਸੂਲ ਪਦਾਰਥਾਂ ਦੀ ਕੀਮਤ ਹੈ। ਜਿਹੜਾ ਜੀਂਦਾ ਹੀ ਨਹੀਂ ਉਹਦੀ ਕੀਮਤ ਕੌਣ ਪਾ ਦੇਵੇਗਾ। ਜਿਹੜੀ ਚੀਜ਼ ਦਿਸਦੀ ਆ ਉਸ ਦੀ ਕੀਮਤ ਪਾ ਦਿਆਂਗੇ ਆਪਾਂ। ਹੁਣ ਜਿਹੜਾ ਆਪਣੇ ਅੱਖਾਂ ਦੇ ਗੋਚਰ ਹੀ ਨਹੀਂ ਵਸਤੂ ਕੀ ਕੀਮਤ ਪਾਵਾਂਗੇ। ਉਹਦੀ ਕੀਮਤ ਉਹ ਆਪ ਜਾਣਦਾ। ਜਾਂ ਫਿਰ ਜਿਹੜੇ ਗੁਰਸਿੱਖ ਮਹਾਂਪੁਰਸ਼ਾਂ ਨੇ ਨਾਮ ਦਾ ਅਭਿਆਸ ਕਰਿਆ ਉਹਨਾਂ ਦੀ ਕੀਮਤ ਨੂੰ ਪਾਇਆ ਵੀ ਇਤਨੀ ਕੀਮਤ ਹੈ ਨਾਮ ਦੀ। ਆਓ ਇਸ ਤਰ੍ਹਾਂ ਦੇ ਨਾਲ ਨਾਮ ਜਪਣਾ ਬੜਾ ਔਖਾ ਕਰੋ। ਸਾਰਾ ਦਿਨ ਆਪਾਂ ਕੰਮ ਕਰੀ ਜਾਂਦੇ ਹਾਂ, ਰਾਤਾਂ ਨੂੰ ਵੀ ਕਰੀ ਜਾਂਦੇ, ਡਬਲ ਸ਼ਿਫਟਾਂ ਵੀ ਲਾਉਂਦੇ ਆ ਬਈ ਪਾਉਂਡ ਇਕੱਠੇ ਕਰ ਲਈਏ। ਪਰ ਨਾਮ ਇਕੱਠਾ ਕਰਨ ਦਾ ਤਾਂ ਆਪਣੇ ਅੰਦਰ ਫੁਰਨਾ ਹੀ ਨਹੀਂ ਹੈ। ਫਿਰ ਜਦ ਅਗਲੀ ਦੁਨੀਆ 'ਚ ਜਾਵੋਗੇ ਫਿਰ ਕਰੰਸੀ ਕਿਹੜੀ ਲਿਜਾਵੋਗੇ ਕੋਲ? ਜਿਹੜੇ ਮੁਲਕ ਦੀ ਕਰੰਸੀ ਆ ਉਹੀ ਕੰਮ ਕਰੇਗੀ। ਇੰਡੀਆ ਦੇ ਤੁਸੀਂ ਇੱਥੇ ਲਾਇਆ ਉਹ ਨੋਟ, ਤੁਸੀਂ ਕਹੋ ਸਾਨੂੰ ਫਲਾਨੀ ਚੀਜ਼ ਦੇ ਕਦੇ ਨਹੀਂ ਚਲਾ ਕੇ ਮਾਰਨਗੇ। ਭਾਈ ਪਾਉਂਡ ਲਿਆ ਫਿਰ ਬਟਾਉਣੇ ਪੈਂਦੇ ਨੇ। ਆਓ ਇਸ ਤਰ੍ਹਾਂ ਦੇ ਨਾਲ ਇੱਥੇ ਦੀ ਜਿਹੜੀ ਕਰੰਸੀ ਹੈ ਇਹ ਤਾਂ ਸਰੀਰ ਦੇ ਸੰਬੰਧ ਕਰਕੇ ਹੈ। ਜਦ ਜੀਵਾਤਮਾ ਇਹਦੇ ਚੋਂ ਨਿਕਲ ਜਾਵੇਗਾ ਫਿਰ ਹੋਰ ਦੁਨੀਆ ਨੂੰ ਜਾਵੇਗਾ। ਉਹਦੀ ਕਰੰਸੀ ਮਹਾਰਾਜ ਨੇ ਦੱਸੀ ਹੈ ਨਾ। ਇਹ ਕਰੰਸੀ ਨੂੰ ਸਾਰੀ ਦੁਨੀਆ ਜਾਣਦੀ ਹੈ। ਪਰ ਜਿਹੜੀ ਕਰੰਸੀ ਜਿੱਥੇ ਇਹਨੇ ਜਾਣਾ ਹੈ ਪਰਲੋਕ ਦੇ ਵਿੱਚ, ਉਹਦੀ ਕਰੰਸੀ ਤਾਂ ਜਿਹੜਾ ਪਰਲੋਕ ਦਾ ਜਾਣੂ ਜਾਂ ਵਾਸੀ ਆ ਉਹੀ ਦੱਸੇਗਾ ਨਾ। ਕੋਈ ਦੱਸੇ ਨਹੀਂ ਸਕਦਾ। ਨਹੀਂ ਪਦਾਰਥ ਆਪਾਂ ਦੱਸ ਸਕਦੇ ਹਾਂ, ਜੋ ਦੁਨੀਆ ਦਾ ਜੋ ਕਾਰੋਬਾਰ ਸਾਰਾ ਦੱਸ ਸਕਦੇ ਹਾਂ, ਪਰ ਨਾਮ ਦਾ ਜੋ ਉਹ ਜਪਣਾ ਉਹ ਨਹੀਂ ਆਪਾਂ ਦੱਸ ਸਕਦੇ। ਬੜੋ ਪ੍ਰੇਮ ਦੇ ਨਾਲ ਉੱਥੇ ਨਾਮ ਨੇ ਸਹਾਇਤਾ
ਪਰਲੋਕ ਦੇ ਵਿੱਚ ਨਾਮ ਨੇ ਸਹਾਇਤਾ ਕਰਨੀ। ਇੱਕ ਜਗ੍ਹਾ ਗੁਰੂ ਸਾਹਿਬ ਨੇ ਲਿਖਿਆ, ਕਰੋ ਬਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਆਏ ਮੇਰੇ ਮਿੱਤਰੋ ਸੰਬੰਧੀਓ, ਮੈਂ ਤੁਹਾਨੂੰ ਹਕੀਕਤ ਦੱਸਦਾ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ। ਜਰਾ ਖਿਆਲ ਨਾਲ ਸੁਣੋ, ਮਨ ਨੂੰ ਇਕਾਗਰ ਕਰਕੇ ਸੁਣੋ। ਜੇ ਮਨ ਗੈਰ ਹਾਜ਼ਰ ਹੈ, ਨਹੀਂ ਸੁਣੇਗਾ, ਜਾਂ ਸੁਣਿਆ ਹੀ ਨਹੀਂ ਫਿਰ ਚੱਲੇਗਾ ਕੈਸੇ? ਜੇ ਚੱਲਿਆ ਹੀ ਨਹੀਂ ਫਿਰ ਵਾਸਤਾ ਕੈਸੇ ਪ੍ਰਾਪਤ ਹੋਵੇਗੀ? ਕਰੋ ਬਨੰਤੀ ਸੁਣੋ ਮੇਰੇ ਮੀਤਾ। ਆਏ ਮੇਰੇ ਮਿੱਤਰ ਜਨੋ, ਮਨੁੱਖਾਂ ਦੇ ਮਿਲਿਆ ਤੁਹਾਨੂੰ। ਤਤ ਵੇਤੇ ਮਹਾਂਪੁਰਸ਼ਾਂ ਦੀ ਸੇਵਾ ਕਰੋ। ਤਤ ਵੇਤੇ ਮਹਾਂਪੁਰਸ਼ਾਂ ਦੀ, ਗੁਰੂਆਂ ਦੀ, ਗੁਰਬਾਣੀ ਦੀ ਸੰਗਤ ਕਰੋ। ਆਰਫ ਲੋਕਾਂ ਦੀ, ਜੇ ਦੂਰਿਆਂ ਦੀ ਕਰੋਗੇ ਦੂਰੇ ਹੀ ਰਹਿ ਜਾਓਗੇ, ਦੂਰੇ ਹੀ। ਜਾਗਦੇ ਪੁਰਸ਼ ਦੀ ਸੰਗਤ ਕਰੋ, ਸੁੱਤੇ ਪਏ ਦੀ ਸੰਗਤ ਨਾ ਕਰੋ। ਜਿਹੜਾ ਸੁੱਤਾ ਪਿਆ ਤਾਂ ਆਪ ਹੀ ਸੁੱਤਾ ਪਿਆ, ਦੂਏ ਨੂੰ ਕੈਸੇ ਜਗਾ ਦੇਗਾ? ਜਾਗਦਾ ਕੌਣ ਹੈ? ਕਹਿੰਦੇ ਜਿਹੜਾ ਰੱਬ ਨਾਲ ਜੁੜਿਆ ਹੋਇਆ। ਰੱਬ ਸੌਂਦਾ ਨਹੀਂ ਹੈ। ਜਿਹੜਾ ਨਿਰਾਕਾਰ ਵਾਹਿਗੁਰੂ ਆ, ਉਹਦੇ ਵਿੱਚ ਨੀਂਦ ਨਹੀਂ ਹੈ, ਉਹਦੇ ਵਿੱਚ ਊਂਘ ਨਹੀਂ ਹੈ, ਉਹਦੇ ਵਿੱਚ ਖਾਣਾ ਪੀਣਾ ਨਹੀਂ ਹੈ, ਉਹਦੇ ਵਿੱਚ ਵਾਧਾ ਘਾਟਾ ਨਹੀਂ ਹੈ। ਆਓ ਇਸ ਤਰ੍ਹਾਂ ਦੇ ਨਾਲ ਦੱਸਿਆ ਭਾਈ ਗੁਰਦਾਸ ਜੀ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵੇਲੇ ਬਰਮ ਗਿਆਨੀ ਸਿੱਖ ਹੋਏ ਨੇ, ਜਿਨ੍ਹਾਂ ਦੇ ਹਸਤ ਕਮਲਾਂ ਨਾਲ ਬਾਣੀ ਸਾਰੀ ਉਹਨਾਂ ਦੀ ਲਿਖੀ ਹੋਈ ਹੈ। ਦੁਨਿਆਵੀ ਸੰਬੰਧੀਆਂ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਸਨ। ਉਹਨਾਂ ਦੇ ਕਵਿਤ ਸਵਈਏ ਨੇ, ਭਾਈ ਗੁਰਦਾਸ ਦੀਆਂ 12 ਕਹਿੰਦੇ ਨੇ ਜਿਨ੍ਹਾਂ ਨੂੰ। ਉਹਨਾਂ ਨੇ ਲਿਖਿਆ, ਗੁਰ ਸਿੱਖ ਜੋਗੀ ਜਾਗਦੇ, ਕਰਦੇ ਮਾਇਆ ਵਿੱਚ ਉਦਾਸੀ ਪੜੋ ਪ੍ਰੇਮ। ਗੁਰਸਿੱਖ ਜੋਗੀ
ਮਹਾਰਾਜ ਜੀ ਨੇ ਜ਼ੁਲਮ ਨੂੰ ਦੂਰ ਕਰਨ ਵਾਸਤੇ ਆਪ ਵੀ ਸ਼ਾਸਤਰ ਔਰ ਸਿੱਖਾਂ ਦੇ ਵੀ ਸ਼ਾਸਤਰ ਆਨੰਦਪੁਰ ਸਾਹਿਬ ਕਿਲੇ ਬਣਾ ਕੇ ਕੋਈ ਆਪਣੇ ਵਾਸਤੇ ਨਹੀਂ, ਦੁਨੀਆ ਦੇ ਭਲੇ ਵਾਸਤੇ। ਆਓ ਨੰਦ ਲਾਲ ਜੀ ਸਿੱਖ ਹੋਏ ਨੇ ਕਲਗੀਧਰ ਮਹਾਰਾਜ ਜੀ ਦੇ। ਹਾਲਾਂਕਿ ਉਹਨਾਂ ਦੀ ਜਿਹੜੀ ਬਿਆਦਰੀ ਸੀ ਉਹ ਹੋਰ ਸੀ। ਔਰੰਗਜ਼ੇਬ ਦਾ ਜਿਹੜਾ ਪੁੱਤਰ ਸੀ ਨਾ ਬਹਾਦਰ ਸ਼ਾਹ, ਉਹਦਾ ਮੁਨਸੀ ਹੁੰਦਾ ਸੀ ਮੂਹਰੇ। ਜਿਵੇਂ ਅੱਜ ਕੱਲ੍ਹ ਵੀ ਦਰਿਆਵੀਆਂ ਦੇ ਕਹਿੰਦੇ ਜੀ ਆ ਮੇਰਾ ਪੀਏ ਆ ਗਿਆ, ਮਗਾਈ ਕੀ ਕਰਦਾ ਹੁੰਦਾ ਤੇਰਾ, ਕਹਿੰਦਾ ਲਿਖਦਾ ਹੁੰਦਾ। ਇਸੇ ਤਰ੍ਹਾਂ ਹੀ ਹੁੰਦਾ ਸੀ ਰਾਜਾ ਲੋਕਾਂ ਦਾ। ਜਿਵੇਂ ਅੱਜ ਕੱਲ੍ਹ ਵੀ ਕਿਸੇ ਦੀ ਫਰਮ ਹੈ, ਉਹ ਕਲਰਕ ਬੈਠੇ ਹੁੰਦੇ ਨੇ, ਅੱਗੇ ਮੁਨੀਮ ਕਹਿੰਦੇ ਸੀ। ਉਹ ਇਸ ਤਰ੍ਹਾਂ ਦੇ ਨਾਲ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਪਹਿਰਾ ਦਿੰਦਾ। ਤਾਂ ਕਲਗੀਧਰ ਮਹਾਰਾਜ ਜੀ ਚੌਂਕੜਾ ਮਾਰਿਆ ਹੋਇਆ, ਉਹ ਜਿਹੜਾ ਬੁਰਜ ਹੁੰਦਾ ਨਾ ਕਿਲੇ ਦਾ, ਉਹਦੇ 'ਚ ਬੈਠੇ ਨੇ। ਜਦ ਨੰਦ ਲਾਲ ਜੀ ਗੇੜਾ ਦੇ ਕੇ ਆਉਂਦਾ, ਕਲਗੀਧਰ ਮਹਾਰਾਜ ਜੀ ਬੈਠੇ ਦੇ ਬੈਠੇ ਸਾਰੀ ਰਾਤ ਪਹਿਰਾ ਦਿੰਦਾ ਰਿਹਾ। ਕਲਗੀਧਰ ਮਹਾਰਾਜ ਇੱਕ ਰਸ ਬੈਠੇ ਨੇ। ਸ਼ਹਿਰ ਪਹਿਰਾ ਬਦਲ ਗਿਆ, ਇਸ਼ਨਾਨ ਕਰਕੇ ਮਹਾਰਾਜ ਜੀ ਫੇਰ ਬੈਠ ਗਏ। ਸਵੇਰ ਹੋਈ, ਕਲਗੀਧਰ ਮਹਾਰਾਜ ਜੀ ਤਖਤ ਤੇ ਆ ਕੇ ਵਿਰਾਜਮਾਨ ਹੋ ਗਏ, ਬੈਠ ਗਏ। ਵੀਰ ਆਸਣ ਬੈਠਦੇ ਸਨ, ਚੌਂਕੜਾ ਮਾਰ ਕੇ ਨਹੀਂ ਸੀ ਬੈਠਦੇ। ਆਓ ਜੈਸਾ ਸਮਾਂ ਹੁੰਦਾ ਵੈਸਾ ਗੁਰੂ ਕਰਤੱਵ ਕਰਦਾ ਕਰੋ। ਬੈਠਣੀ ਉੱਠਣੀ ਵੀ ਵੈਸੀ ਹੀ ਹੁੰਦੀ ਆ ਉਸ ਦੀ। ਤਾਂ ਫਿਰ ਭਾਈ ਨੰਦ ਲਾਲ ਜੀ ਨੇ ਬੇਨਤੀ ਕਰੀ, ਗੀਰੀ ਨਵਾਜ ਰਾਤ ਮੇਰਾ ਪਹਿਰਾ ਸੀ, ਆਪ ਸੁੱਤੇ ਨਹੀਂ ਹੋ। ਭਾਈ ਨੰਦ ਲਾਲ ਜੀ ਨੂੰ ਅਨੰਨ ਸਿੱਖ ਮੰਨਿਆ। ਅਨੰਨ ਬਹੁਤ ਪਿਆਰਾ ਜਿਹੜਾ ਹੁੰਦਾ ਗੁਰੂ ਨੂੰ, ਅਨੰਨ ਕਹਿੰਦੇ ਨੇ, ਨਜ਼ਦੀਕੀ। 5 ਕਿਸਮ ਦੀ ਮੁਕਤੀ ਦੱਸੀ ਹੈ: ਸ਼ਲੋਕ, ਸਮੀਪ, ਸਰੂਪ, ਸਾਜੁਜ, ਕਾਇਵਲ। ਸਮੀਪ ਕਹਿੰਦੇ ਆਪਣੇ ਗੁਰੂ ਦੇ ਹਮੇਸ਼ਾ ਨਾਲ ਰਹਿਣਾ, ਇਹ ਸਮੀਪ ਹੈ। ਸਰੂਪ ਅਭਿਆਸ ਕਰਦਿਆਂ ਕਰਦਿਆਂ ਉਹ ਜਿਹਾ ਸਰੂਪ ਹੋ ਜਾਣਾ ਸਿੱਖ ਦਾ। ਆਹ ਇਸ ਤਰ੍ਹਾਂ ਦੇ ਨਾਲ ਨੰਦ ਲਾਲ ਜੀ ਮਹਾਰਾਜ ਆਪ ਸੁੱਤੇ ਨਹੀਂ ਹੋ ਰਾਤ, ਮੈਂ ਦੇਖਦਾ ਰਿਹਾ। ਕਲਗੀਧਰ ਮਹਾਰਾਜ ਕਹਿਣ ਲੱਗੇ, ਭਾਈ ਨੰਦ ਲਾਲ ਜੀ ਜੇ ਗੁਰੂ ਸੌਂ ਗਿਆ ਸਾਰੀ ਦੁਨੀਆ ਹੀ ਸੌਂ ਜਾਏਗੀ, ਦੁਨੀਆ ਨਹੀਂ ਰਹੇਗੀ। ਜਾਂ ਪੜ੍ਹਨੋਂ ਆਉਂਦੀ ਆ ਨਾ, ਪੜ੍ਹਨੋਂ ਜਿਹਨੂੰ ਕਹਿੰਦੇ ਨੇ, ਉਹ ਫਿਰ ਇੱਕ ਉਹ ਭਾਵ ਦਾ ਸੰਦੂਖ ਹੈ ਨਿਰਾਕਾਰ ਵਾਹਿਗੁਰੂ ਕੋਲ। ਮੌਤ ਦੇ ਆਸਰੇ ਆਪਾਂ ਦਾ ਮੌਤ ਕਹਿੰਦੇ ਬਈ ਫਲਾਨਾ ਪੂਰਾ ਹੋ ਗਿਆ, ਨਹੀਂ, ਪੂਰਾ ਨਹੀਂ ਕੋਈ ਹੋਇਆ ਹੈ। ਅਧੂਰੀ ਕੋਈ ਚੀਜ਼ ਹੀ ਨਹੀਂ ਪੈਦਾ ਕਰੀ ਪਰਮੇਸ਼ਰ ਨੇ, ਤਾਂ ਆਪਣੀਆਂ ਬਣਾਈਆਂ ਹੋਈਆਂ ਗੱਲਾਂ ਨੇ। ਉਹ ਫਲਾਨਾ ਮਰ ਗਿਆ ਜੀ, ਮਰਦਾ ਤਾਂ ਹੈ ਹੀ ਨਹੀਂ ਕੁਛ, ਨਾ ਜੀਵ ਆਤਮਾ ਮਰਦਾ, ਨਾ ਸਰੀਰ ਮਰਦਾ, ਪਹਿਲਾਂ ਹੀ ਮਰਿਆ ਹੋਇਆ। ਕਦੇ ਮਿੱਟੀ ਵੀ ਜਿਉਂਦੀ ਹੋਈ ਹੈ, ਇਹ ਤਾਂ ਕਾਰਾ ਉਸਦਾ ਜੀਵ ਆਤਮਾ ਦਾ, ਇਹਦੇ ਚੋਂ ਨਿਕਲ ਜਾਂਦਾ। ਆਪਾਂ ਇਹਦੇ ਨਾਲ ਸੰਬੰਧ ਹੁੰਦਾ, ਆਪਾਂ ਨੂੰ ਪੌਂਡ ਕਮਾ ਕੇ ਲਿਆਉਂਦਾ, ਤੇ ਆਪਣਾ ਮੋਹ ਆਪਾਂ ਬੂਕਣ ਲੱਗ ਜਾਂਦੇ ਹਾਂ। ਜਿਹੜੇ ਬ੍ਰਹਮ ਗਿਆਨੀ ਸਮਦਰਸ਼ੀ ਨਹੀਂ ਹੋ ਇਸ ਗੱਲ ਤੇ ਕਦੇ ਵੀ, ਇਤਨਾ ਪਰਿਵਾਰ ਕੁਰਬਾਨ ਕਰਤਾ ਕਲਗੀਧਰ ਮਹਾਰਾਜ ਜੀ। ਕਿਤੇ ਸੁਣਿਆ ਵੀ ਰੋਂਦੇ ਕੀ ਬੈਠੇ? ਆਪਣਾ ਇੱਥੇ ਇੱਕ ਬੱਚੇ ਦੀ ਉਂਗਲੀ ਵੱਢੀ ਜਾਵੇ, ਸਾਰਾ ਕਬੀਲਾ ਹੀ ਰੋਣ ਲੱਗ ਜੂਗਾ। ਕਿੱਥੋਂ ਆਪਾਂ ਨੂੰ ਅਵਸਥਾ ਪ੍ਰਾਪਤ ਹੋ ਜਾਵੇਗੀ? ਆਓ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ,
ਉਹਦੇ ਆਸਰੇ ਦੁਨੀਆ ਹਰਕਤ ਕਰਦੀ ਹੈ। ਗੁਰਬਾਣੀ 'ਚ ਲਿਖਿਆ ਸਭ ਮੈਂ ਜੋਤ। ਜੋਤ ਕਹਿੰਦੇ ਨੇ ਜਿਹੜੀ ਚੀਜ਼ ਹਰਕਤ ਕਰਦੀ ਹੋਵੇ। ਸਭ ਮੈਂ ਜੋਤ, ਜੋਤ ਹੈ ਸੋਏ ਸਭ ਦੇ ਸਭ ਤਿਸ ਦਾ ਚਾਨਣ ਸਭ ਮੈਂ ਚਾਨਣ। ਕੀ ਤਿਸ ਦਾ ਚਾਨਣ ਜਿਸ ਕਾ ਚਾਨਣ ਸਭ ਮੈਂ ਚਾਨਣ ਹੋਏ। ਜਿਹੜੀ ਨਿਰਾਕਾਰ ਜੋਤ ਆ ਨਾ ਜਿਹਨੂੰ ਕਹਿੰਦੇ, ਜਿੰਨਾ ਚਿਰ ਸਰੀਰ ਦੇ ਵਿੱਚ ਰਹਿੰਦੀ ਹੈ ਦੇਖੋ ਕਿਵੇਂ ਰੋਸ਼ਨੀ ਦੇਖਦਾ, ਅੱਖਾਂ ਵੀ ਹੋਰ ਇੰਦਰੇ ਵੀ ਕੰਮ ਕਰਦੇ ਨੇ। ਜਦੋਂ ਨਿਕਲ ਜਾਂਦੀ ਹੈ ਜੋਤ, ਸਰੀਰ ਦੇ ਨਾ ਅੱਖਾਂ ਘਟਦੀਆਂ ਨੇ, ਨਾ ਕੰਨ, ਨਾ ਹੱਥ, ਨਾ ਹੋਰ ਕੋਈ ਅੰਗ ਨਹੀਂ ਘਟਦਾ ਹੈ। ਫਿਰ ਇਹ ਹਰਕਤ ਕਿਉਂ ਨਹੀਂ ਕਰਦਾ ਹੁੰਦਾ? ਇਹ ਜੋਗ ਮਹੱਤਤਾ ਸਾਰੀ ਇਹ ਨਿਰਾਕਾਰ ਵਾਹਿਗੁਰੂ ਹੈ ਨਾ ਜਿਹੜਾ, ਉਸ ਦੀ ਜੋਤ ਆ ਗੁਰਮੁਖੋਂ ਹਰਕਤ ਕਰਦੀ ਹੈ। ਇਹ ਫਿਰ ਜੀਵ ਹਰਕਤ ਕਰਦਾ, ਜਦ ਨਿਕਲ ਜਾਂਦੀ ਹੈ ਹਰਕਤ ਕਰਨੋਂ ਹਟ ਜਾਂਦਾ। ਆਪਾਂ ਨਾਮ ਪਾ ਲਿਆ ਮਰ ਗਿਆ, ਨਹੀਂ ਮਰਿਆ ਕੁਛ ਨਹੀਂ ਹੈ। ਨਾ ਤਾਂ ਜੀਵ ਨੇ ਮਰਨਾ, ਉਹਦਾ ਮਰਦਾ ਹੀ ਨਹੀਂ, ਮਰਨ ਹਾਰੇ ਜੀਅਰਾ ਨਾ ਹੀ। ਇਹ ਪਹਿਲਾਂ ਹੀ ਮਰਿਆ ਹੋਇਆ। ਮਿੱਟੀ ਵੀ ਕਦੇ ਚੇਤਨ ਹੋਈ ਹੈ? ਇਹ ਤਾਂ ਉਹ ਜੀ ਆਤਮਾ ਦਾ ਖੋਲ ਆ ਜਿਹਨੂੰ ਘਰ ਕਹਿੰਦੇ ਹੁੰਦੇ। ਇੱਕ ਮਕਾਨ ਹੁੰਦਾ, ਇੱਕ ਮਕੀਨ ਹੁੰਦਾ। ਜੇ ਮਕਾਨ ਦੀ ਕੜੀ ਜਾਂ ਢਹਿਣਾ ਸ਼ੁਰੂ ਹੋਵੇ, ਮਕੀਨ ਕਦੇ ਵਿੱਚ ਰਹਿੰਦਾ ਹੁੰਦਾ, ਨਿਕਲ ਜਾਂਦਾ, ਹੋਰ ਬਣਾ ਲੈਂਦਾ ਜਾ ਕੇ। ਆਹ ਇਸ ਤਰ੍ਹਾਂ ਦੱਸਿਆ ਵੀ ਪਰਮੇਸ਼ਰ ਦੀ ਜੋਤ ਦੁਆਰਾ ਸਾਰੇ। ਕਿਤੇ ਇਉਂ ਵੀ ਦੱਸਿਆ ਇਹ ਜਿਹੜੀ ਇਹ ਸਰੀਰ ਹੈ, ਇਸ ਨੂੰ ਇਸਤਰੀ ਦੱਸਿਆ। ਜਿਹੜਾ ਇਸ ਦੇ ਵਿੱਚ ਜੋਤ ਹੈ, ਜਿਹਨੂੰ ਜੀਵ ਰੂਹ ਕਹਿੰਦੇ ਨੇ, ਸੋਲ, ਉਸ ਨੂੰ ਕਹਿੰਦੇ ਪਤੀ ਦੱਸਿਆ। ਤਿਚਰ ਵਸੇ ਸਹੇਲੜੀ, ਜਿਚਰ ਸਾਥੀ ਨਾਲ, ਜਾਂ ਸਾਥੀ ਉੱਠ ਚੱਲਿਆ ਤਾਂ ਤਨ ਖਾਕੂ ਰਾਲ। ਇਹਦਾ ਮੁਹੱਬਤਾ ਸਰੀਰ ਦੀ ਜੋਗ ਸਾ ਸਾਰੀ। ਇਹ ਤਾਂ ਚੇਤਨ ਕਲਾ ਦੇ ਆਸਰਿਆ ਗੁਰਮੁਖੋ। ਜਦ ਨਿਕਲ ਗਿਆ ਇਹਨੂੰ ਤਾਂ ਮਿੱਟੀ 'ਚ ਮਿਲ ਜਾਣਾ, ਮਿੱਟੀ ਦੀ ਹੀ ਅੰਸ਼ ਹੈ। ਜਿਤਨੇ ਪਦਾਰਥ ਨੇ ਦੁਨੀਆ ਦੇ ਦ੍ਰਿਸ਼ਟਮਾਨ ਸੁਣਦੇ ਆ, ਦੇਖਦੇ ਆ, ਸਭ ਮਿੱਟੀ ਹੈ। ਦੇਖ ਲਓ ਕਿਤਨੀ ਦੁਨੀਆ ਇੱਥੇ ਹੋ ਕੇ ਹੰਕਾਰ ਦੀਆਂ ਪੰਡਾਂ ਬੰਨ੍ਹ ਕੇ ਮਿੱਟੀ ਦੇ ਵਿੱਚ ਰਲ ਗਈ ਗੁਰਮੁਖੋ। ਕੋਈ ਉਹਨਾਂ ਦਾ ਨਾਮ ਨਹੀਂ ਲੈਂਦਾ ਹੈ। ਪੜੋ ਪ੍ਰੇਮ ਦੇ ਨਾਲ। ਜਿੰਦੇ ਮੇਰੀ ਇਹ ਮਿੱਟੀ ਦੀ
ਚੱਕਰਵਰਤੀ ਰਾਜੇ ਜਿਨ੍ਹਾਂ ਦੇ ਸਿਰ ਦੇ ਉੱਤੇ ਰਖਾਲੀ ਕੋਹ ਦਾ ਛਤਰ ਝੁੱਲਦਾ ਸੀ, ਉਹ ਸਰੀਰ ਕਰਕੇ ਮਿੱਟੀ 'ਚ ਮਿਲ ਗਏ ਗੁਰੂ। ਨੌਵਾਂ ਗੁਰੂ ਨਾਨਕ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਵਿੱਚ ਲਿਖਦੇ ਨੇ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਉ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਪੜੋ ਪ੍ਰੇਮ ਕਿਉਂ ਸੁਪਨੇ 'ਚ ਫਸੇ ਪਏ ਹੋ? ਤੈਸਾ ਸੰਸਾਰ ਜੈਸਾ ਹੈ
ਚਿਤਨਾਮ ਨਹੀਂ ਕਰਾਉਂਦੇ ਨੇ ਇਸ ਜੀਵ ਨੂੰ ਵੀ ਇਹ ਤਾਂ ਜਿਹੜਾ ਸੰਸਾਰ ਹੈ ਸੁਖਨ ਹੈ। ਇੱਕ ਵਿਦਿਆ ਜਿਹਨੂੰ ਅਗਿਆਨ ਮਾਇਆ ਕਹਿੰਦੇ ਨੇ ਪਰਮੇਸ਼ਰ ਦੀ। ਜਿਸ ਤਰ੍ਹਾਂ ਆਪਾਂ ਰਾਤ ਨੂੰ ਸੌਂਦੇ ਹਾਂ, ਇੱਕ ਆਪਣੇ ਕੰਠ ਦੇ ਵਿੱਚ ਹਿਤਾ ਨਾੜੀ ਹੈ, ਬਾਲ ਦੇ 1000ਵੇਂ ਹਿੱਸੇ ਜਿੰਨੀ ਉਹ ਬਰੀਕ ਹੈ। ਕਹਿੰਦੇ ਇਹ ਜਿਹੜਾ ਜੀਵ ਹੈ ਨਾ, ਜੀਵ ਇਹ ਵੀ ਕਹਿੰਦੇ ਸੂਖਮ ਹੈ। ਇਸ ਦੀਆਂ 4 ਅਵਸਥਾ ਦੱਸੀਆਂ ਨੇ ਜੀਵ ਆਤਮਾ ਦੀਆਂ: ਜਾਗਰਤ, ਸੁਖਨ, ਸੁਖੋਵਤ, ਤੁਰੀਆ, ਆਤਮ ਪੂਵਤ ਕੀ ਇਹ ਪੁਰੀਆ। ਪੁਰੀ ਕਹਿੰਦੇ ਨੇ ਪਿੰਡ ਨੂੰ, ਜਿੱਥੇ ਕੋਈ ਰਹਿੰਦਾ ਹੁੰਦਾ। ਇਹ 4 ਨੇ ਇਹਦੀਆਂ ਸਰੀਰ ਦੇ ਵਿੱਚ। ਜਾਗਰਤ, ਅੱਖਾਂ ਦੇ ਵਿੱਚ ਤਾਕਤ ਨਹੀਂ ਹੈ ਦੇਖਣ ਦੀ, ਨਹੀਂ ਦੇਖਦਾ ਤਾਂ ਕੋਈ ਹੋਰ ਆ, ਦੇਖਦਾ ਤਾਂ ਕੋਈ ਹੋਰ ਆ ਅੰਦਰੋਂ। ਉਸੇ ਨੂੰ ਇਹ ਜੀਵ ਕਹਿੰਦੇ ਨੇ ਨਾ, ਉਸੇ ਨੂੰ ਹੀ ਜੋਤ ਕਿਹਾ ਜਾਂਦਾ। ਤੇ ਜਦ ਫਿਰ ਆਪਾਂ ਰਾਤ ਨੂੰ ਸੌਂਦੇ ਹਾਂ, ਉਹ ਜਿਹੜੀ ਹਿਤਾ ਨਾੜੀ ਹੈ ਨਾ ਕੰਠ ਦੇ ਵਿੱਚ, ਜੀਵ ਉਸ ਨਾੜੀ 'ਚ ਚਲਿਆ ਜਾਂਦਾ। ਇਹ ਪਰਮੇਸ਼ਰ ਦਾ ਪੁੱਤਰ ਹੈ, ਇਹਦੇ 'ਚ ਵੀ ਸ਼ਕਤੀ ਹੈ। ਜਿਵੇਂ ਆ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੀ ਰਚੀ ਹੋਈ ਹੈ, ਵਾਹਿਗੁਰੂ ਦੀ। ਫਿਰ ਇਹ ਆਪਣੀ ਸ੍ਰਿਸ਼ਟੀ ਰਚਦਾ ਉਸ ਨਾੜੀ ਦੇ ਵਿੱਚ। ਦੇਖ ਲਓ, ਪਹਿਲਾਂ ਤਾਂ ਇਹ ਸਰੀਰ ਬਣਾਉਂਦਾ, ਫਿਰ ਧਰਤੀ, ਫਿਰ ਸੰਬੰਧੀ, ਫਿਰ ਦੁੱਖ ਸੁੱਖ ਨੇ ਜੋ ਲੜਾਈਆਂ ਪੜਾਈਆਂ ਜਿਵੇਂ ਆਪਾਂ ਕਰਦੇ ਹਾਂ ਜਾਗਰਤ ਦੇ ਵਿੱਚ। ਹੁਣ ਵੀ ਜੀਵ ਦੇ ਆਸਰੇ ਹੀ ਕਰਦੇ ਆ ਜਾਗਰਤ ਦੇ ਵਿੱਚ ਵੀ। ਇਹ ਉੱਥੇ ਕਰਦਾ, ਸ਼ਾਦੀ ਹੋ ਜਾਂਦੀ ਆ, ਬੱਚੇ ਹੋ ਜਾਂਦੇ ਨੇ, ਸਭ ਕੁਛ ਹੁੰਦਾ। ਦੱਸੋ ਨਾੜੀ ਦੇ ਵਿੱਚ ਕਿੱਥੋਂ ਆ ਗਈ ਏਡੀ ਬੜੀ ਚੀਜ਼? ਸੂਖਮ ਸ੍ਰਿਸ਼ਟੀ ਹੈ ਪਿਛਲੀ ਜੀਵ ਦੀ। ਤਾਂ ਫਿਰ ਜਦ ਇਹ ਜਾਗਦਾ ਨਾ, ਸੁਪਨਾ ਟੁੱਟਦਾ। ਦੇਖ ਲਓ ਕੀ ਕੁਛ ਹੁੰਦਾ ਸੁਪਨੇ ਦੇ ਵਿੱਚ। ਜਦ ਇਹਨੂੰ ਜਾਗ ਆਉਂਦੀ ਹੈ, ਚਾਹੇ ਟੁੱਟੀ ਹੋਈ ਮੰਜੀ ਤੇ ਪਿਆ, ਚਾਹੇ ਬਹੁਤ ਵਧੀਆ ਮਹਿਲਾਂ ਦੇ ਵਿੱਚ ਸੇਜਾਂ ਤੇ ਪਿਆ, ਬਾ ਇਕੱਲਾ ਹੀ ਹੋਵੇਗਾ। ਉਹ ਜਿਹੜੇ ਪਦਾਰਥ ਨੇ ਸੁਪਨੇ ਦੇ ਕਿੱਧਰ ਨੂੰ ਚਲੇ ਗਏ ਹੋ? ਆਓ ਇਸ ਨੂੰ ਨਾਸ ਬੰਤ ਦੱਸਿਆ ਸੁਪਨੇ ਨੂੰ। ਕੋਈ ਚੱਕਰਵਰਤੀ ਰਾਜਾ ਸੀ, ਉਹਨੂੰ ਸੁਪਨਾ ਆ ਗਿਆ ਤਾਂ ਉਹਦੀ ਸ਼ਾਦੀ ਹੋ ਗਈ। ਸ਼ਾਦੀ ਹੋਣ ਤੋਂ 4 ਲੜਕੇ ਹੋ ਗਏ ਉਸਦੇ। ਉਹ ਜਿਹੜਾ ਜਾਗਰਤ ਦਾ ਪਰਿਵਾਰ ਸੀ ਉਸਦਾ, ਉਹਦਾ ਇੱਕੋ ਹੀ ਲੜਕਾ ਸੀ ਸਿਰਫ। ਉਹ ਸੁੱਤਾ ਪਿਆ, ਸੁਪਨਾ ਆਉਂਦਾ ਉਸਨੂੰ, ਪਰਿਵਾਰ ਦੇ ਵਿੱਚ ਬੈਠਾ ਰੰਗ ਰਲੀਆਂ ਮਾਣਦਾ। ਜਿਹੜਾ ਬਾਹਰਲਾ ਸੀ ਉਸਦਾ ਪਰਿਵਾਰ, ਉਹ ਪੁੱਤਰ ਉਹਦਾ ਚੜ੍ਹਾਈ ਕਰ ਗਿਆ। ਉਹ ਜਿਹੜੀ ਸੀ ਵਜ਼ੀਰ ਜਾਂ ਪਟਰਾਣੀ ਆਈ ਭੱਜ ਕੇ, ਕਹਿਣ ਲੱਗੀ ਮਹਾਰਾਜ ਆਪਣਾ ਪੁੱਤਰ ਚੜ੍ਹਾਈ ਕਰ ਗਿਆ। ਹੁਣ ਸੁਪਨੇ 'ਚ 4 ਨੇ, ਜਾਗਰਤ ਦੇ ਵਿੱਚ ਇੱਕੋ ਹੈ। ਜਦ ਉਹਨੇ ਅੱਖਾਂ ਖੋਲੀਆਂ ਹੱਸਣ ਲੱਗ ਗਿਆ। ਰਾਣੀ ਤਾਂ ਹਾਂ ਮਾਰਦੀ ਹੈ, ਕਹਿਣ ਲੱਗੀ ਤੁਹਾਨੂੰ ਕੀ ਹੋ ਗਿਆ? ਤੁਹਾਡਾ ਪੁੱਤਰ ਮਰ ਗਿਆ, ਤੁਸੀਂ ਕੋਈ ਮਹਿਸੂਸ ਨਹੀਂ ਕਰੀ ਗੱਲ? ਕਹਿੰਦਾ ਮਹਾਰਾਣੀ ਕਿਹਨੂੰ ਕੀ ਨਹੀਂ ਰੋਵਾਂ ਮੈਂ? 4 ਨੂੰ ਰੋਵਾਂ ਕਿ 1 ਨੂੰ ਰੋਵਾਂ? ਦੱਸ ਕਿਹਨੂੰ ਰੋਵਾਂ? ਪੜੋ ਪ੍ਰੇਮ ਨਾ ਕਰੋ ਸੁਪਨਾ ਦੁਨੀਆ। ਇਹ ਤਾਂ ਜਗ ਸੁਪਨੇ ਦੀ ਲਾਈ, ਉਹ ਜੀਵ ਮਨਾ
ਨਾੜੀ ਦੇ ਵਿੱਚ ਚਲਿਆ ਜਾਂਦਾ ਜੀਵ। ਅਜਾਦੇ ਦੂਈ ਅਵਸਥਾ ਦੇ ਵਿੱਚ ਜਾਂਦਾ, ਪਹਿਲੀ ਅਵਸਥਾ ਭੁੱਲ ਜਾਂਦਾ। ਜਦ ਤਾਂ ਇਹ ਅੱਖਾਂ ਤਾਂ ਹੀ ਦੇਖਦਾ ਪ੍ਰਪੰਚ, ਤਾਂ ਇਹਨੂੰ ਸੁਫਨ ਅਵਸਥਾ ਦਾ ਪਤਾ ਨਹੀਂ ਹੁੰਦਾ। ਜਦ ਇਹ ਸੁਫਨ ਅਵਸਥਾ ਦੇ ਵਿੱਚ ਚਲਿਆ ਜਾਂਦਾ, ਜਾਗਰਤ ਦਾ ਪਤਾ ਨਹੀਂ ਹੁੰਦਾ। ਜਦ ਇਹ ਸੌਣ ਸਲੀਪ ਘੂਕ ਨੀਂਦ ਦੇ ਵਿੱਚ ਚਲਾ ਜਾਵੇਗਾ, ਸੁਪਨੇ ਦਾ ਪਤਾ ਨਹੀਂ ਹੋਵੇਗਾ। ਔਰ ਇਸ ਤਰ੍ਹਾਂ ਇਹ ਜਿਹੜੀਆਂ ਅਵਸਥਾ ਨੇ ਇਹਦੀਆਂ ਬਦਲਦਾ ਰਹਿੰਦਾ। ਪਰ ਜਿਹੜਾ ਤੁਰੀਆ ਨਾ ਤੁਰੀਆ, ਇਹ ਤਿੰਨਾਂ ਅਵਸਥਾ ਦਾ ਉਹ ਸਾਖੀ ਹੈ। ਉਹ ਉਸਦਾ ਆਪਣਾ ਦੇਸ਼ ਆ, ਉਸਨੂੰ ਇਹ ਭੁੱਲਿਆ ਹੋਇਆ। ਜਦ ਇਹ ਘੂਕ ਨੀਂਦ ਦੇ ਵਿੱਚ ਚਲਾ ਜਾਂਦਾ, ਕਾਰਨ ਸਰੀਰ ਹੈ ਇਸ ਦਾ, ਉਹਦੇ ਵਿੱਚ ਇਹ ਲਾਇ ਹੋ ਜਾਂਦਾ ਜਾ ਕੇ ਜਿਹੜਾ ਮਨ ਹੈ। ਉਸ ਟਾਈਮ ਦੇ ਵਿੱਚ ਕੋਈ ਵਸਤੂ ਨਹੀਂ ਇਹਨੂੰ ਭਾਸਦੀ, ਨਾ ਤਾਂ ਇਹਨੂੰ ਸਰੀਰ ਭਾਸਦਾ,
ਨਾ ਇਹਨੂੰ ਮੰਜਾ ਪਾਸਦਾ, ਨਾ ਇਹਨੂੰ ਸੰਬੰਧੀ ਪਾਸਦੇ ਨੇ, ਨਾ ਇਹਨੂੰ ਪਿੰਡ ਨਾ ਦੁਨੀਆ, ਕੁਛ ਨਹੀਂ ਪਾਸਦਾ ਗੁਰਮੁਖੋ। ਜਦ ਫਿਰ ਇਹ ਘੂਕਣੀ ਦੇ ਵਿੱਚੋਂ ਨਿਕਲਦਾ ਨਾ, ਸਾਰੀ ਦੁਨੀਆ ਰਚ ਦਿੰਦਾ। ਦੇਖ ਤਾਂ ਫਿਰ ਦੁਨੀਆ ਤਾਂ ਹੈ ਨਹੀਂ, ਫੁਰਨਾ ਹੀ ਹੈ ਦੁਨੀਆ। ਤੁਸੀਂ ਆਪਣੇ ਮਨ ਨੂੰ ਨਾਮ ਦੇ ਨਾਲ ਜੋੜ ਦਿਓ, ਦੁਨੀਆ ਪਿੱਛੇ ਰਹਿ ਜਾਏਗੀ। ਜੋੜਨਾ ਔਖਾ, ਬਹੁਤ ਮੁਸ਼ਕਿਲ ਹੈ। ਗੁਰੂ ਸਾਹਿਬ ਨੇ ਲਿਖਿਆ, ਸਾਰੋ ਦਿਨ ਮਜ਼ਦੂਰੀ ਕਰੈ, ਹਰ ਸਿਮਰਨ ਕੀ ਵੇਲਾ ਸਿਰ ਬੱਜਰ ਪਰੈ। ਦੇਖ ਲਓ, ਸਾਰਾ ਦਿਨ ਆਪਾਂ ਰਾਤਾਂ ਨੂੰ ਕਿਵੇਂ ਪਰਾਏ ਮੁਲਕ ਦੇ ਵਿੱਚ ਭੱਜੇ ਫਿਰਦੇ ਹਾਂ। ਜਦ ਕੋਈ ਪ੍ਰੇਮੀ ਕਹਿੰਦਾ ਚੱਲ ਭਾਈ ਗੁਰਦੁਆਰੇ ਪਾਠ ਹੁੰਦਾ ਜਾਂ ਕਥਾ ਕੀਰਤਨ ਹੁੰਦਾ, ਆਪਾਂ ਸੁਣਿਆ ਆਈਏ, ਕਹਿੰਦਾ ਭਾਈ ਸੁਣਿਆ, ਅਸੀਂ ਤਾਂ ਪੱਬ ਚ ਨੂੰ ਜਾਣਾ। ਦੱਸੋ ਕੀ ਕਰੇਗਾ ਇਹ? ਪੜੋ ਪਰੇ
ਤੇ ਮਾੜੇ ਕੰਮ ਵਾਸਤੇ ਇਹ ਰੋਟੀ ਵੀ ਨਹੀਂ ਖਾਂਦਾ, ਕਹਿੰਦਾ ਕਿਤੇ ਖੁੰਝ ਨਾ ਜਾਈਏ, ਦਰਵਾਜ਼ਾ ਬੰਦ ਨਾ ਹੋ ਜਾਵੇ ਕਿਤੇ। ਇਸ ਤਰ੍ਹਾਂ ਦੇ ਨਾਲ ਸਿਮਰਨ ਕਰਨਾ ਬੜਾ ਔਖਾ ਗੁਰੂ ਤੋਂ। ਜਿਨ੍ਹਾਂ ਨੇ ਕਰਿਆ ਨਾ ਉਹਨਾਂ ਨੂੰ ਪੁੱਛ ਕੇ ਦੇਖੋ, ਖਾਲਾ ਜੀ ਦਾ ਬਾੜਾ ਨਹੀਂ ਹੈ ਕੋਈ ਪਰਮੇਸ਼ਰ ਨੂੰ ਮਿਲਣਾ ਜਿਹੜਾ। ਸੁਫਨਾ, ਸੁਫਨੇ ਨੂੰ ਜਾਣਦਾ ਕੌਣ ਹੈ? ਜਿਹੜਾ ਸੁਫਨੇ ਚੋਂ ਜਾਗ ਪਿਆ। ਜਦ ਇਹ ਗਿਆਨ ਜਾਗਰਤ ਦੇ ਵਿੱਚ ਜਾਗ ਪਵੇ ਨਾ, ਫਿਰ ਆ ਜਿਹੜਾ ਦੁਨਿਆਵੀ ਸੁਫਨਾ ਨਾ, ਇਹ ਤੇ ਇਹ ਉਚਾਈ ਨੂੰ ਅਨੁਭਵ ਹੋ ਜਾਵੇਗਾ। ਸੁੱਤੇ ਗਏ ਨੂੰ ਤਾਂ ਪਤਾ ਹੀ ਨਹੀਂ ਹੈ, ਜਿਹੜਾ ਜਾਗਦਾ ਉਸ ਨੂੰ ਪਤਾ ਵੀ ਸੁਪਨਾ ਹੈ। ਰਾਜਾ ਜਨਕ ਜੀ ਹੋਇਆ ਚੱਕਰਵਰਤੀ ਰਾਜਾ ਸੀ। ਤਹਿਖਾਨੇ ਹੁੰਦੇ ਸਨ, ਅੱਜ ਕੱਲ੍ਹ ਤਾਂ ਮਸ਼ੀਨਾਂ ਲੱਗੀਆਂ ਨੇ, ਬਿਜਲੀ ਹੋ ਗਈ, ਬਹੁਤ ਸਾਧਨ ਨੇ, ਪੱਖੇ ਜਿਹਨੂੰ ਭੋਰਾ ਕਹਿੰਦੇ ਨੇ। ਭੋਰਾ ਥੱਲੇ ਠੰਡ ਰਹਿੰਦੀ ਸੀ, ਇਸ ਤਰ੍ਹਾਂ ਦੇ ਨਾਲ ਉਹ ਪਿਆ, ਸੇਵਕ ਕੋਲ ਬੈਠਾ, ਉਹਨੂੰ ਸੁਪਨਾ ਆ ਗਿਆ। ਸੁਪਨੇ ਦੇ ਵਿੱਚ ਗਲਤੀ ਹੋ ਗਈ, ਪਰਜਾ ਵਿਗੜ ਗਈ। ਦੂਆ ਰਾਜਾ ਚੜਾ ਲਿਆਂਦਾ, ਦੂਏ ਰਾਜ ਨੇ ਆ ਕੇ ਫੜ ਲਿਆ। ਨੌਕਰਾਂ ਨੇ ਮੁਸ਼ਕਾਂ ਦੇ ਲਈਆਂ, ਕਹਿੰਦਾ ਇਹਨੂੰ ਮੇਰੇ ਰਾਜ ਤੋਂ ਬਾਹਰ ਛੱਡਿਓ। ਹਰ ਰਾਜੇ ਨੂੰ ਨੂੜ ਕੇ ਲੈ ਗਏ, ਜਿੱਥੇ ਹੱਦ ਤੀ ਉੱਥੋਂ ਪਰੇ, ਕਹਿੰਦੇ ਇੱਧਰ ਨੂੰ ਜਾ, ਜਿੱਧਰ ਜਾਣਾ ਇੱਧਰ ਨਾ ਹੀ। ਚਲਿਆ ਗਿਆ, ਭੁੱਖ ਲੱਗੀ ਹੋਈ ਹੈ, ਪੈਰਾਂ ਤੋਂ ਨੰਗਾ। ਹੁਣ ਸੋਚਦਾ ਵੀ ਕਿਤੋਂ ਨਾ ਕਿਤੋਂ ਕੁਛ ਨਾ ਕੁਛ ਮਿਲੇ ਤਾਂ ਜਠਰਾਗਨ ਨੂੰ ਸ਼ਾਂਤ ਕਰੀਏ। ਪੁੱਛਣ ਲੱਗਾ, ਇੱਥੇ ਕਿਸੇ ਦਾ ਛੇਤਰ ਵੀ ਲਾਇਆ ਹੋਇਆ? ਪਹਿਲੇ ਜ਼ਮਾਨਿਆਂ ਦੇ ਵਿੱਚ ਸ਼ਾਹੂਕਾਰਾਂ ਦੇ ਛੇਤਰ ਲਾਏ ਹੁੰਦੇ ਸਨ। ਜੈਸੇ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆ ਕੇ ਗੁਰੂ ਕਾ ਲੰਗਰ ਦੇਖ ਲਓ, ਦਿਨ ਰਾਤ ਵਰਤਦੇ ਨੇ ਲੰਗਰ। ਇਸ ਤਰ੍ਹਾਂ ਛੇਤਰ ਲਾਉਂਦੇ ਹੁੰਦੇ ਸਨ ਲੋਕ ਭਲੇ ਵਾਸਤੇ। ਗੁਰੂ ਸਾਹਿਬ ਨੇ ਗੁਰੂ ਕਾ ਲੰਗਰ ਵੀ, ਜਿਹੜੇ ਗ੍ਰਸਤੀ ਨੇ ਇਹ ਲੰਗਰ ਦੇ ਵਿੱਚ ਪਦਾਰਥ ਪਾਉਣਗੇ, ਇਹਨਾਂ ਦਾ ਭਲਾ ਹੋਵੇਗਾ, ਸੰਗਤਾਂ ਛਕਣਗੀਆਂ। ਇਸ ਤਰ੍ਹਾਂ ਦੇ ਨਾਲ ਸੁਪਨਾ ਆਉਣ ਤੋਂ ਫਿਰ ਉਸਨੇ ਪੁੱਛਿਆ ਵੀ ਛੇਤਰ, ਕਹਿੰਦੇ ਇੱਕ ਜਗ੍ਹਾ ਦੋ ਦੋ ਕੜਛੀਆਂ ਖਿਚੜੀ ਦੀਆਂ ਮਿਲਦੀਆਂ ਨੇ, 2 ਚਮਚੇ ਘਿਓ ਦੇ। ਬਾਹੋ ਦਾ ਤੁਰਿਆ ਜਾਂਦਾ, ਉੱਥੇ ਚਲਿਆ ਗਿਆ, ਖਿਚੜੀ ਰਿੱਝਦੀ ਸੀ ਇਹਦੀ। ਕਹਿਣ ਲੱਗਾ ਮੈਨੂੰ ਕੁਛ ਮਿਲਣਾ ਚਾਹੀਦਾ, ਭੁੱਖਾ। ਕਹਿੰਦੇ ਵੀ ਉਹ ਕਰ, ਤੂੰ ਪਵਾਵੇਂਗਾ ਕਾਹਦੇ ਜੇ? ਬਰਤਨ ਲੈ ਕੇ ਆ। ਗਿਆ ਵਿਚਾਰਾ, ਸੋਨੇ ਥਾਲਾਂ ਦੇ ਕੌਲੀਆਂ ਦੇ ਵਿੱਚ ਛਕਣ ਵਾਲਾ। ਹੁਣ ਘੁਮਾਰਾਂ ਦੀ ਆਵੀ ਤੇ ਚਲੇਗਾ, ਜਿੱਥੇ ਘੜੇ ਪਕਾਉਂਦੇ ਨੇ, ਫੁੱਟ ਵੀ ਜਾਂਦੇ ਨੇ ਘੜੇ ਵਿੱਚੋਂ। ਉਹ ਠੀਕਰੇ ਪੈ ਤੇ ਇੱਕ ਠੀਕਰਾ ਚੱਕ ਲਿਆ, ਆ ਗਿਆ ਉਧਰ ਖਿਚੜੀ ਵਰਤਦੀ ਹੈ। ਜਦ ਨੇੜੇ ਆਇਆ, ਵਰਤ ਚੁੱਕੀ। ਕਹਿਣ ਲੱਗੇ ਵੀ ਤੂੰ ਟਾਈਮ ਨਾਲ ਨਾ ਆਇਆ, ਉਹ ਤਾਂ ਵਰਤ ਗਈ, ਪਰ ਗੁਰੂ ਕਾ ਲੰਗਰ ਨਹੀਂ ਵਰਤੇਗਾ। ਨਹੀਂ, ਇਹ ਅਧੂਰਿਆਂ ਦੇ ਨੇ, ਗੁਰੂ ਆ ਪੂਰਾ। ਨਾ ਦੇਣਾ ਆਪਣੀ ਕਮਜ਼ੋਰੀ ਹੈ, ਪਰ ਗੁਰੂ ਸਾਹਿਬ ਨੇ ਤਾਂ 8 ਪਹਿਰ ਗੁਰੂ ਕਾ ਲੰਗਰ ਚੱਲਦਾ ਰਹੇ। ਜਿਵੇਂ ਕਲਗੀਧਰ ਮਹਾਰਾਜ ਜੀ ਅਨੰਦਪੁਰ ਸਾਹਿਬ, ਕੋਈ ਐਸੀ ਜਦ ਉੱਥੇ ਜ਼ਿਆਦਾ ਇੰਤਜ਼ਾਮ ਨਹੀਂ ਸੀ, ਆਪੋ ਆਪਣੇ ਲੰਗਰ ਸਿੱਖ ਚਲਾਉਂਦੇ ਸਨ, ਜਿਹੜੇ ਸੇਠ ਸਨ, ਜਿੰਨੀ ਵੀ ਹਿੰਮਤ ਸੀ। ਜਦ ਕਲਗੀਧਰ ਮਹਾਰਾਜ ਜੀ ਬੈਠਿਆ ਕਰਨ, ਫਿਰ ਮਹਾਰਾਜ ਪੁੱਛਿਆ, ਭਾਈ ਲੰਗਰ ਜੀ ਮੇਰਾ 8 ਪਹਿਰ ਚੱਲਦਾ, ਜਦ ਕੋਈ ਪ੍ਰੇਮੀ ਆਉਂਦਾ ਜਦ ਹੀ ਅਸੀਂ ਪਕਾ ਕੇ ਦਿੰਦੇ ਹਾਂ। ਗੁਰੂ ਸਾਹਿਬ ਨੇ ਕਿਹਾ ਠੀਕ ਹੈ। ਗੁਰੂ ਸਾਹਿਬ ਨੇ ਕਿਹਾ ਇਹਨਾਂ ਨੂੰ ਜਣਾ ਦਈਏ, ਇਹਨਾਂ ਨੂੰ ਪਰਖ ਕੇ ਦੇਖੀਏ ਵੀ ਹਮੇਸ਼ਾ ਦਿੰਦੇ ਨੇ ਲੰਗਰ। ਮੁਸਾਫਰ ਦਾ ਸਰੂਪ ਧਾਰਿਆ ਕਲਗੀਧਰ ਮਹਾਰਾਜ ਜੀ ਨੇ। ਬੇਟਾਈਮੇ ਗਏ, ਬੇਟਾਈਮੇ। ਤਾਂ ਫਿਰ ਜਿਹਦੇ ਲੰਗਰ ਜਾਣ, ਭਾਈ ਮੈਂ ਮੁਸਾਫਰਾਂ ਭੁੱਖਾ। ਕਹਿੰਦੇ ਭਾਈ ਲੰਗਰ ਵਰਤ ਗਿਆ, ਹੁਣ ਜਦ ਤਿਆਰ ਹੋਵੇਗਾ ਫੇਰ ਮਿਲੇਗਾ। ਨੰਦ ਲਾਲ ਦਾ ਵੀ ਲੰਗਰ ਚੱਲਦਾ ਸੀ।
ਸਾਰਿਆਂ ਦੇ ਹੋ ਕੇ ਉੱਥੇ ਚਲੇ ਗਏ ਨੰਦ ਲਾਲ ਦੇ। ਲੰਗਰ ਦੇ ਮੂਹਰੇ ਖੜ ਕੇ ਆਵਾਜ਼ ਦਿੱਤੀ, ਭਾਈ ਸਾਹਿਬ ਜੀ ਪ੍ਰਸ਼ਾਦਾ ਲੈਣਾ, ਭੁੱਖ ਲੱਗੀ ਹੋਈ ਹੈ। ਭਾਈ ਗੁਰਦਾਸ ਜੀ ਆਏ, ਨੰਦ ਲਾਲ ਜੀ ਹੱਥ ਬੰਨ ਕੇ ਖੜ ਗਏ ਸਾਹਮਣੇ। ਕਹਿੰਦੇ ਵੀ ਪ੍ਰੇਮੀਆਂ, ਜਿਹੜਾ ਪਹਿਲਾ ਪ੍ਰਸ਼ਾਦ ਪਾਣੀ ਸੀ ਉਹ ਤਾਂ ਵਰਤ ਗਿਆ, ਹੁਣ ਗਾਹਾਂ ਆਟਾ ਗੁੰਨਿਆ ਪਿਆ, ਦਾਲ ਰਿੱਝਦੀ ਹੈ, ਤੁਸੀਂ ਬੈਠ ਜਾਓ ਸ਼ਾਂਤੀ ਨਾਲ, ਤੁਹਾਨੂੰ ਪ੍ਰਸ਼ਾਦਾ ਛਕਾ ਦਿਆਂਗੇ। ਕਹਿੰਦੇ ਮਹਾਰਾਜ ਕਹਿੰਦੇ ਜੋ ਹਾਜ਼ਰ ਹੈ ਉਹੀ ਦੇ ਦੇ। ਨੰਦ ਲਾਲ ਜੀ ਕਹਿੰਦੇ ਹਾਜ਼ਰ ਤਾਂ ਗੁੰਨਿਆ ਹੋਇਆ ਆਟਾ ਹੈ, ਜਾਂ ਦਾਲ ਰਿੱਝੀ ਨਹੀਂ ਅਜੇ ਕੱਚੀ ਹੈ, ਕਹਿੰਦੇ ਦੇ ਦਿਓ। ਨੰਦ ਲਾਲ ਜੀ ਦਾਲ ਲੈ, ਗੁੰਨਿਆ ਹੋਇਆ ਆਟਾ ਮਹਾਰਾਜ ਜੀ ਨੇ ਬਰਤਨ 'ਚ ਪਵਾ ਲਿਆ ਕਰੋ। ਜਾਣੀ ਜਵਾਬ ਨਹੀਂ ਦਿੱਤਾ ਨੰਦ ਲਾਲ ਜੀ ਨੇ। ਸਵੇਰ ਹੋਈ, ਕਲਗੀਧਰ ਮਹਾਰਾਜ ਜੀ ਫੇਰ ਬਚਨ ਛੇੜਿਆ, ਬਈ ਲੰਗਰ ਸਾਰੇ ਜੀ ਮੇਰਾ ਤਾਂ 8 ਹੀ ਪਹਿਰ ਲੰਗਰ ਚੱਲਦਾ ਹੈ। ਆਹ ਇਸ ਤਰ੍ਹਾਂ ਨਾਲ ਕਲਗੀਧਰ ਮਹਾਰਾਜ ਕਹਿਣਗੇ ਜਿਹੜਾ ਤੁਹਾਡੇ ਕੋਈ ਮੁਸਾਫਰ ਵੀ ਆਇਆ ਸੀ ਰਾਤ, ਹੀ ਤਾਂ ਆਪ ਹੀ ਸਨ। ਕਹਿੰਦੇ ਜੀ ਉਹਦਾ ਬੇਟਾਈਮਾ ਆਇਆ ਸੀਗਾ, ਫਿਰ ਭੁੱਖਾ ਮੁੜ ਗਿਆ ਉਹ ਤਾਂ ਵਿਚਾਰਾ। ਜਦ ਸਾਰੇ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਉਹ ਜਿਹੜਾ ਨੰਦ ਲਾਲ ਜੀ ਦੀ ਕੱਚੀ ਦਾਲ ਤੇ ਆਟਾ ਸੀ ਕੱਢ ਕੇ ਬਾਹਰ ਰੱਖਤਾ। ਕਹਿੰਦੇ ਭਾਈ ਆਹ ਦੇਖੋ ਲੰਗਰ ਤਾਂ ਨੰਦ ਲਾਲ ਜੀ ਦਾ ਚੱਲਦਾ, ਜੋ ਹਾਜ਼ਰ ਆ ਉਹੀ ਮੈਨੂੰ ਦੇ ਦਿੱਤਾ, ਜਵਾਬ ਨਹੀਂ ਦਿੱਤਾ। ਜੇ ਪੱਕਿਆ ਹੋਇਆ ਸਗਣਾ ਤਾਂ ਬੈਠ ਜਾਓ, ਦਾਲ ਰਿਝਦੀ ਆਟਾ ਗੁੰਨਿਆ ਹੋਇਆ ਪਕਾ ਦਿਆਂਗੇ, ਛੱਕ ਕੇ ਜਾ। ਕਹਿੰਦੇ ਲੰਗਰ ਤਾਂ ਇਹਦਾ ਜਿਹੜਾ 8 ਪਹਿਰ, ਗੁਰੂ ਕਾ ਲੰਗਰ ਤਾਂ ਉਹ ਲੰਗਰ ਆ ਜਿਹੜਾ 8 ਪਹਿਰ ਚੱਲਦਾ। ਕਦੇ ਕੋਈ ਪ੍ਰੇਮੀ ਆ ਜਾਵੇ ਗੁਰਮੁਖ, ਇਹ ਮਹਾਂਪੁਰਸ਼ਾਂ ਦੇ ਵਿੱਚ ਤਾਕਤਾਂ ਨੇ ਜਿਹੜੇ ਲੰਗਰ ਚਲਾਉਂਦੇ ਨੇ। ਇਹ ਕੋਈ ਕਹਾਵਤ ਨਹੀਂ ਹੈ, ਤੁਸੀਂ ਜਾ ਕੇ ਦੇਖ ਲਓ ਜਿੱਥੇ ਮਹਾਂਪੁਰਸ਼ਾਂ ਦੇ ਸਥਾਨ ਬਣੇ ਹੋਏ ਨੇ, 8 ਪਹਿਰ ਲੰਗਰ ਚੱਲਦੇ ਨੇ ਗੁਰੂ। ਆਓ ਆਪਣੇ ਤੁਸੀਂ ਰਾੜੇ ਸਾਹਿਬ ਜਾ ਕੇ ਦੇਖੋ, ਇੱਕ ਤਾਂ ਲੰਗਰ ਹੁੰਦਾ ਨਾ ਅਨ ਚੋਪੜਿਆ, ਚੋਪੜਦੇ ਨਹੀਂ ਪ੍ਰਸ਼ਾਦੇ ਨੂੰ। ਦੇਖ ਲਓ ਛੋਟੇ ਮਹਾਰਾਜ ਜੀ ਨੇ ਜਦ ਤੋਂ ਲੰਗਰ ਸ਼ੁਰੂ ਕਰਿਆ ਪ੍ਰਸ਼ਾਦੇ ਚੋਪੜ ਕੇ ਦਿੰਦੇ ਦੀ ਸੰਗਤ ਨੂੰ, ਆਪ ਦੇਖ ਲਓ। ਦੇਖ ਲਓ ਕਿਤਨਾ ਲੰਗਰ ਤਿਆਰ ਹੁੰਦਾ, 3 ਬੋਰੀਆਂ ਆਟੇ ਦੀਆਂ ਰੋਜ਼ ਪੱਕਦੀਆਂ ਨੇ, 3 ਬੋਰੀਆਂ ਇੱਕ ਟਾਈਮ ਦੇ ਵਿੱਚ, 3 ਟਾਈਮ ਨੇ ਪ੍ਰਸ਼ਾਦੇ। ਸਾਰੇ ਪ੍ਰਸ਼ਾਦੇ ਚੋਪੜ ਕੇ ਦਿੰਦੇ ਨੇ ਗੁਰੂ ਕੋ। ਐ ਨਹੀਂ ਵੀ ਅੱਧੇ ਅਨਚੋਪੜੇ ਰੱਖ ਲਓ ਗਰੀਬਾਂ ਨੂੰ ਦੇ ਦਾਂਗੇ, ਨਹੀਂ, ਇਹ ਤਾਂ ਫਿਰ ਦੁਆਇਤ ਹੋ ਗਈ ਗੁਰੂ ਕੇ ਲੰਗਰ ਦੇ ਵਿੱਚ, ਦੁਆਇਤ ਹੋ ਗਈ ਗੁਰਮੁਖੋ। ਨਹੀਂ, ਸਾਰਿਆਂ ਨੂੰ ਚੋਪੜ ਕੇ ਦਿੰਦੇ, 2-3 ਪੀਪੇ ਰੋਜ਼ ਘਿਓ ਦੇ ਲੱਗਦੇ ਨੇ। ਆਓ ਇਸ ਤਰ੍ਹਾਂ ਦਾ ਜਿਹੜਾ ਲੰਗਰ ਆ ਗੁਰੂ ਕਾ, ਉਹ ਛੇਤਰ ਕਹਿੰਦਾ ਖਿਚੜੀ ਤਾਂ ਮੁੱਕ ਗਈ ਭਾਈ, ਹੁਣ ਉਹਨੇ ਤਾਲੇ ਕਰੇ ਰਾਜਾ ਜਨਕ ਨੇ, ਮੈਂ ਤਾਂ ਬਹੁਤ ਭੁੱਖਾ, ਮੈਨੂੰ ਦਿਓ। ਖੁਰਚਣ ਹੁੰਦੀ ਆ ਥੱਲੇ ਲੱਗੀ ਹੋਈ। ਅੱਜ ਕੱਲ੍ਹ ਤਾਂ ਬਰਤਨ ਹੋਰ ਕਿਸਮ ਦੇ ਬਣ ਗਏ ਨਾ, ਤਾਂ ਖੁਰਚ ਕੇ ਉਹਨਾਂ ਨੇ 2 ਕੜਛੀਆਂ ਪਾਤੀਆਂ ਥੱਲਿਓ, ਤਾਂ ਸਾਹਮਣੇ ਘਿਓ ਮਿਲਦਾ, ਲੈ ਲੈ ਜਾ ਕੇ। ਉਹਨੇ ਕਿਹਾ ਵੀ ਛੇਤੀ ਘਿਓ ਪਵਾ ਲਾ। ਜਦ ਗਾਹਾਂ ਹੋਇਆ ਇੱਕ ਨੇ ਕੂਣੀ ਮਾਰੀ, ਉਹਦਾ ਥੱਲੇ ਹੀ ਡੁੱਲ ਗਿਆ ਘਿਓ, ਹੈਰਾਨ ਹੋ ਗਿਆ। ਪਤਾ ਨਹੀਂ ਅਜੇ ਕੀ ਪਾਉਂਦਾ ਪਰਮੇਸ਼ਰ ਨੂੰ, ਰਾਜ ਭਾਗ ਵੀ ਖੁੱਸ ਗਿਆ। ਖੈਰ ਮਿੰਟਾਂ ਤਰਲੇ ਕਰਕੇ ਉਹਨਾਂ ਨੇ 2 ਚਮਚੇ ਪਾ ਤੇ ਉਹ ਠੀਕ ਰਾਹ ਲੈ ਕੇ ਬੈਠ ਗਿਆ। ਜਿਹਦੇ ਮੂੰਹ ਦੇ ਵਿੱਚ ਬੁਰਕੀਆਂ ਪਾਉਂਦੇ ਸਨ, ਅੱਜ ਉਹ ਰਲਾਉਣ ਨਹੀਂ ਜਾਣਦਾ ਖਿਚੜੀ ਰਲਾਉਣੀ ਕਿਵੇਂ ਆ ਘਿਓ। ਨਾਲੇ ਪਰਮੇਸ਼ਰ ਤੇ ਹੈਰਾਨ ਹੁੰਦਾ ਵੀ ਪਤਾ ਨਹੀਂ ਇਹ ਪੇਟ ਦੇ ਵਿੱਚ ਜਾਵੇਗੀ ਕਿ ਨਾ ਜਾਵੇਗੀ। 2 ਟੱਠੇ ਪਿੱਟਦੇ ਆਏ ਉਧਰੋਂ, ਉਹਨੇ ਖਿਆਲ ਨਾ ਕਰਿਆ, ਬਸ ਆ ਕੇ ਫੇਟ ਮਾਰੀ ਵਿੱਚ ਉਸੇ ਠੀਕਰੇ ਦੇ, ਕਿਧਰੇ ਰਾਜਾ ਕਿਧਰੇ ਠੀਕਰਾ। ਅੱਖ ਖੁੱਲ ਗਈ, ਕੰਮਣ ਲੱਗ ਗਿਆ, ਕੰਮਣ। ਸੁਪਨਾ ਆਏ ਭਾਸਦਾ ਵੀ ਇਹ ਤਾਂ ਮੇਰੇ ਨਾਲ ਹੋਵੇਗੀ। ਕਈ ਐਸੇ ਵੀ ਸੁਪਨੇ ਆ ਜਾਂਦੇ ਨੇ।
ਕਈ ਪਤਾ ਹੀ ਨਹੀਂ ਸੁਪਨੇ ਆਉਂਦੇ ਨੇ। ਜਦ ਉਸ ਸੇਵਕ ਨੇ ਸੋਚਿਆ ਵੀ ਰਾਜੇ ਨੂੰ ਤਾਂ ਸੁਪਨਾ ਕੋਈ ਮਾੜਾ ਆ ਗਿਆ, ਇਹ ਤਾਂ ਕੰਬਣ ਲੱਗ ਗਿਆ। ਕਹਿਣ ਲੱਗਾ ਰਾਜਾ ਸਲਾਮਤ, ਕੀ ਗੱਲ ਆਪ ਉਦਾਸ ਹੋ ਗਏ? ਉਹਨੇ ਕਿਹਾ ਮੈਂ ਤਾਂ ਉਹੀ ਦੱਸੀ ਨਹੀਂ ਗੱਲ। ਹੁਣ ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ ਵੀ ਮੇਰਾ ਰਾਜ ਨਾ ਖੁੱਸ ਜਾਵੇ ਕਿਤੇ ਜਾਗਰਤ ਦੇ ਵਿੱਚ। ਆਓ ਜਿਹੜੇ ਪੰਡਤ ਲੋਕ ਨੇ ਜੋਸਤੀ ਆਦਿਕ ਜੋਗ ਸੁਣਦੇ ਨੇ ਸਾਰੇ, ਮਿਥਿਲਾਪੁਰੀ ਦੇ ਵਿੱਚ 1400 ਪੰਡਤ ਇਕੱਠਾ ਕਰ ਲਿਆ ਉਹਨੇ, ਪੜ੍ਹਿਆ ਲਿਖਿਆ। ਪੜ੍ਹ ਲੈਣਾ ਕੋਈ ਹੋਰ ਚੀਜ਼ ਆ ਗੁਰਮੁਖੋ, ਆਤਮਾ ਨੂੰ ਪ੍ਰਗਟ ਕਰ ਲੈਣਾ ਕੋਈ ਹੋਰ ਚੀਜ਼ ਹੈ। ਜਿੱਥੇ ਜਿੱਥੇ ਕਿਸੇ ਨੂੰ ਜੋ ਵਸਤੂ ਮਿਲ ਗਈ ਉੱਥੇ ਹੀ ਖੜ ਗਿਆ, ਅਗਲੀ ਗੱਲ ਨਹੀਂ ਜਾਣਦਾ ਉਹ। ਪਰ ਜਿਹੜਾ ਆਤਮਦਰਸ਼ੀ ਹੈ ਉਹ ਤਿੰਨਾਂ ਕਾਲਾਂ ਨੂੰ ਜਾਣਦਾ ਵੀ ਕੀ ਹੋਇਆ, ਕੀ ਹੋਵੇਗਾ, ਨਹੀਂ ਹੋਵੇਗਾ। ਆਓ ਦਰਿਆ ਦੇ ਕਿਨਾਰੇ ਰਿਸ਼ੀਆਂ ਦੀਆਂ ਕੁਟੀਆਂ ਸਨ। 13-14 ਸਾਲ ਦਾ ਬੱਚਾ, ਉਸਦਾ ਨਾਮ ਹੈ ਅਸ਼ਟਾਵਕਰ। ਅਸ਼ਟਵਾ ਨਾਮ ਅੱਠਾਂ ਦਾ, ਬੱਕਰਾ ਨਾਮ ਬਿੰਗਾਂ ਦਾ। ਕਹਿੰਦੇ ਉਹਦੇ ਸਰੀਰ ਨੂੰ 8 ਬਿੰਗ 8 ਬਲ ਸੀਗੇ। ਤੇ ਉਹ ਫਿਰ ਆਪਣੀ ਛੋਟੀ ਦੇ ਆਸਰੇ ਤੁਰਦਾ ਸੀ। ਦਰਿਆ ਦੇ ਕਿਨਾਰੇ ਸੰਧਿਆ ਕਰਨ ਵਾਸਤੇ ਤੁਰਿਆ ਜਾਂਦਾ ਹੈ। ਗਾਂ ਨਿੱਕੇ ਖੇਲਦੇ ਨੇ, ਨਿਆਣੇ ਦਾ ਸੁਭਾਅ ਹੁੰਦਾ ਦੂਏ ਨੂੰ ਧੱਕਾ ਦੇ ਦੇਣਾ, ਉਹ ਕਰਨਾ, ਇਸ ਤਰ੍ਹਾਂ ਦਾ ਨੱਠਣਾ ਭੱਜਣਾ। ਉਹ ਅਸ਼ਟਾਵਕਰ ਨੂੰ ਇੱਕ ਨੇ ਧੱਕਾ ਦੇ ਕੇ ਛੱਡ ਦਿੱਤਾ, ਵਿਚਾਰੇ ਦੀ ਉਹ ਛੋਟੀ ਗਈ। ਲੱਤਾਂ ਫੜ ਕੇ ਖਿੱਚਣ ਲੱਗ ਗਏ ਜਿਵੇਂ ਨਿਆਣਿਆਂ ਦਾ ਕੰਮ ਹੁੰਦਾ। ਉਹ ਬੜਾ ਧੀਰਜ ਵਾਲਾ, ਬਹੁਤ ਧੀਰਜ ਆ। ਕਹਿੰਦਾ ਵੀ ਮੇਰੀ ਛੋਟੀ ਦੇ ਦਿਓ, ਮੈਂ ਸੰਧਿਆ ਕਰਨੀ ਹੈ, ਫਿਰ ਮੈਂ ਘਰ ਨੂੰ ਜਾਣਾ। ਸਿਆਣਾ ਮੁੰਡਾ ਸੀ ਉਹਨਾਂ ਦੇ ਵਿੱਚ। ਕਹਿੰਦੇ ਵੀ ਛੋਟੀ ਦੇ ਦਿਓ, ਇਸ ਦੀ ਇਹ ਪਿਓ ਵਾਰ ਹੈ, ਇਹਦਾ ਪਿਓ ਨਹੀਂ ਹੈ। ਅਸ਼ਟਾਵਕਰ ਜੀ ਰਹਿੰਦੇ ਸੀ ਨਾਨਕੇ ਘਰ। ਉਹ ਆਪਣੀ ਮਾਂ ਦੀ ਰੀਸੀ ਜਾਣੀ, ਉਹ ਆਪਣੀ ਮਾਤਾ ਨੂੰ ਜਾਣੀ ਪਿਓ, ਨਾਨੇ ਨੂੰ ਪਿਤਾ ਕਹਿਣ ਲੱਗ ਗਿਆ। ਪਿਤਾ ਤੋਂ ਇਸ ਤਰ੍ਹਾਂ ਦੇ ਨਾਲ। ਪਿਤਾ ਦਾ ਉਹਦਾ ਪੰਡਤ ਸੀ, ਬਹੁਤ ਪੜ੍ਹਿਆ ਲਿਖਿਆ ਸੀ। ਉਹਦਾ ਮਿਥਿਲਾਪੁਰੀ ਦੇ ਵਿੱਚ ਰਾਜਾ ਜਨਕ ਦੇ ਉਹ ਜਿਹੜਾ ਉਹਨੂੰ ਸੰਸਾ ਪਿਆ ਹੋਇਆ ਸੀ, ਉਹ ਦੂਰ ਕਰਾਉਣਾ ਚਾਹੁੰਦਾ ਸੀ ਸੰਸਾ। ਹੁਣ ਸੰਸਾ ਦੂਰ ਆਤਮਦਰਸ਼ੀ ਕਰੇਗਾ। ਇਹ ਜਿਹੜੇ 3 ਗੁਣ ਨੇ ਤਾਂ ਆਪ ਹੀ ਸੰਸੇ ਦੇ ਵਿੱਚ ਨੇ। ਜਿਹੜਾ ਚੌਥੇ 'ਚ ਜਾਵੇਗਾ ਸੰਸੇ ਤੋਂ ਅੱਗੇ ਲਿਖੇਗਾ। ਉਹ ਇਸ ਤਰ੍ਹਾਂ ਦੇ ਨਾਲ ਉਹ ਚਲਾ ਗਿਆ। ਉਹਦੇ ਮਨ ਦੇ ਵਿੱਚ ਵੀ ਇਹ ਗੱਲ ਹੋ ਗਈ, ਮੇਰਾ ਪਿਤਾ ਜਿਹਨੂੰ ਮੈਂ ਕਹਿੰਦਾ ਉਹ ਪਿਤਾ ਹੈ, ਉਹ ਸੀਗਾ ਨਾਨਾ। ਘਰ ਚਲਿਆ ਗਿਆ। ਖੈਰ ਮਾਤਾ ਨੇ ਪ੍ਰਸ਼ਾਦ ਪਾਣੀ ਛਕਾਇਆ ਤਾਂ ਛਕ ਕੇ ਕਹਿੰਦਾ, ਮਾਤਾ ਆਹ ਜਿਹਨੂੰ ਮੈਂ ਪਿਤਾ ਕਹਿੰਦਾ ਇਹ ਕੌਣ ਹੈ? ਮੇਰਾ ਪਿਤਾ ਨਹੀਂ ਹੈ ਇਹ। ਉਹਦੀ ਮਾਤਾ ਦੀ ਧਾ ਨਿਕਲ ਗਈ ਗੁਰੂ। 8 ਸਾਲ ਹੋ ਗਏ ਸੀ ਪੰਡਤਾਂ ਨੂੰ ਇਕੱਠੇ ਕਰਿਆ ਉਹਨੂੰ, ਜਨਕ ਨੂੰ। ਕਹਿੰਦਾ ਜਦ ਛੱਡੂਗਾ ਜਦ ਮੇਰਾ ਸ਼ੰਕਾ ਨਿਵਰਤ ਕਰੋਗੇ। ਸ਼ੰਕਾ ਉਹਦਾ ਕੀ ਹੈ? ਕਹਿਣ ਲੱਗਿਆ ਮਾਤਾ। ਕਹਿੰਦਾ ਉਹ ਕਹਿੰਦਾ ਇਹ ਸੱਚਾ ਕਬੋ ਸੱਚਾ। ਹੁਣ ਇਸ ਨੂੰ ਕੌਣ ਜਾਣ ਜੇਗਾ? ਆਤਮਦਰਸ਼ੀ ਜਾਣੇਗਾ, ਹਰ ਇੱਕ ਜਾਣ ਹੀ ਨਹੀਂ ਸਕਦਾ। ਗੁਰੂ ਜਿਵੇਂ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਬਿਲ ਗਏ ਤੇ ਕੋਈ ਪ੍ਰੇਮੀ ਸੀ, ਉਹਨਾਂ ਦਾ ਮੁਕੱਦਮਾ ਸੀਗਾ ਧੂਰੀ। ਉਹ ਜਾ ਗੁਰਦੁਆਰੇ ਨਮਸਕਾਰ ਕਰਕੇ ਕਹਿੰਦੇ ਆਪਣਾ ਮੁਕੱਦਮਾ ਆਪਣੇ ਹੱਕ 'ਚ ਹੋ ਜਾਵੇ, ਆਪਾਂ 20 ਰੁਪਈਏ ਸੰਤਾਂ ਨੂੰ ਮੱਥਾ ਟੇਕਦਾ। ਚਲੇ ਗਏ, ਮੁਕੱਦਮਾ ਉਹਨਾਂ ਦੇ ਹੱਕ 'ਚ ਹੋ ਗਿਆ। ਜਦ ਬਗੀਚੀ ਕੋਲ ਆਏ ਮਹਾਰਾਜ ਜੀ, ਬਗੀਚੀ 'ਚ ਬੈਠੇ ਸਨ। ਕਹਿੰਦੇ ਸੰਤਾਂ ਨੂੰ ਕਿਹੜਾ ਪਤਾ 5 ਰੁਪਈਏ ਮੱਥਾ ਟੇਕਦਾ, 5 ਰੁਪਈਏ। ਖੈਰ ਉਹਨਾਂ ਨੇ ਜਾ ਕੇ ਨਮਸਕਾਰ ਕਰੀ, 5 ਰੁਪਈਏ ਅੱਗੇ ਰੱਖ ਦਿੱਤੇ। ਸੰਤ ਮਹਾਰਾਜ ਕਹਿੰਦੇ ਵੀ ਰੁਪਈਆਂ ਦਾ ਤਾਂ ਸਾਨੂੰ ਨਹੀਂ ਹੈ ਲਾਲਚ, ਪਰ ਤੁਸੀਂ ਇਉਂ ਦੱਸੋ ਸੁੱਖੇ ਗਾਏ ਸੀ? ਉਹਨਾਂ ਨੂੰ ਕਿਹਨੇ ਦੱਸਤਾ? ਤਰਕਾਲੀ ਸਨ ਗੁਰੂ ਕੋ। ਹੱਥ ਬੰਨ੍ਹ ਕੇ ਕੰਮਣ ਲੱਗ ਗਏ। ਕਹਿੰਦੇ ਮਹਾਰਾਜ ਜੀ
ਕੋਈ ਹੋਰ ਨਾ ਬਚਨ ਕਰ ਦਿਓ। ਕਹਿੰਦੇ ਆ ਵੀ ਚੱਕ ਲਓ 5 ਇੱਥੋਂ। ਇਹ ਤਰਕਾਲੀ ਹੁੰਦੇ ਨੇ ਜਿਹੜੇ ਮਹਾਂਪੁਰਸ਼ ਹੁੰਦੇ ਨੇ। ਆਓ ਅਬ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ। ਆਨੰਦ ਸਾਹਿਬ ਦਾ ਪਾਠ ਹੋਵੇਗਾ, ਫਿਰ ਗੁਰੂ ਸਤੋਤਰ 'ਚ ਬੋਲਾਂਗੇ, ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ 'ਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਰਾਮ ਕਲੀ ਮਾਲਾ ਤੀਜਾ ਨੰਦ ਸੁੰਦਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ
अर्जन हरगोबिंद सिमरो श्री हर राय श्री हर कृष्ण ध्याय जिस डिठे सब सजाए तेग बहादुर सिमरे घर नौ नितावे धाय सब थाई हुई सहाय दसवें पातशाह श्री गुरु गोबिंद सिंह कलगीधर सच्चे पातशाह जी सब थाई हुई सहाय सत श्री अकाल पुरख जी का ध्यान खालसा जी साध संग सह गुरना जी दसों पातशाहियों के स्वरूप धन धन श्री गुरु ग्रंथ साहिब महाराज हाजरा गुरुद्वारा गुरु सर्व कला भरपूर कलयुग के गुरु नाम वाणी के जहाज हक पल के रखे लोक प्रलोक के सहाय खाजा नादर इसके पाठ दर्शन दीदार का ध्यान तर गुरुना जी 10 पातशाहियां 10 साहिबजादे 5 प्यारे 40 मुक्ते सबू संतां सबू भगतां प्रभु हटियां तपियां जपियां तपियां समूह सिख कुमारना शहीद सिंघां सिंगड़ियां प्यारे प्यारे दी कमाई दा ध्यान तर गुरुना जी सबू गुर तख्तां सबू गुरुद्वारे चमकियां झंडियां गुंगियां निशाना धामां दा ध्यान तर गुरुना जी हे अकाल पुरख अंतरजामी श्री गुरु नानक देव निरंकार स्वरूप सच्चे पातशाह जी के दूर अरदास बेनती अरदासां दे सिर ते हथ रखो काम क्रोध लोभ मोह अहंकार तो बचाओ नाम दान गरीबी दान सुखी दान सिद्ध दान भरोसा दान शांति बख्शो ਤੁਹਾਡੇ ਚਰਨ ਕਮਲਾਂ ਨਾਲ ਬਣਾਵੇ ਸਵਾਸਾਂ ਕੀਸਾਂ ਸੰਗ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਮੈਂ ਕੀਤਾ ਨਾ ਜਾਤਾ ਰਾਮ ਕੋਰ ਹਮ ਗਿਆਮੋ ਦੇਸਾਂ ਦੁਸ਼ਟ ਚੋਰ ਗੁਨਹਗਾਰ ਲੂਣ ਹਰਾਮੀ ਪਾਵਨ ਨਾਮ ਨਾ ਪਾਰ ਗ੍ਰਾਮੀ जेता समुद्र सागर नीर भरिया तेते अवगुण हमारे दया करो किस मेरो पावो डुबे पत्थर तारे कूप भयो जैसे दादरा कछदे सुदेश प्रभु जैसे मेरा मन विख्या बिमाया कछारा पार न सूझ निरंकार ना विसरी ना विसारी न भुले न भुलावी आपे नु आपे करी सिर हथ रखी समर्पित बख्शी आपके दर कर दी सिद्ध बख्शी महाराज जो कीता सुभावा जो करोगे सुभावा जो बैठे कर करा रहे सोती वाह 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 हे वाहिगुरू निरंकार स्वरूप सच्चे पातशाह गरीब नवाज आप जी दे चरण कमलां विच अरदास बेनती आप जी दीआं मेरा दर्शन का शामां दे दीवान सजे गरीब नवाज जी तुर तो आई बाणी दे शब्द कथा कीर्तन जी की अरदास सरला करना तुझ माफ आप जी दे पवित्र चरण कमलां पास सिख संगत पढ़दे सुनदे सरबत लायक होण गरीब नवाज सच्चे पातशाह जो गुरु कमाई भाई संगों नेड़े चल के हाजरियां भरियां सच्चे पातशाही तुरफुल भेटा कीता दर प्रमाण होए नाम चितावे सब सुख होया इसलिए जो भी आज दी दरबार पुजा आप दी मेरा दा सदका सब राजी की जावे श्री गुरु नानक नाम चढ़दी कला तेरे भाणे सर्वत का भला वाहिगुरू जी का खालसा वाहिगुरू जी की फतेह होया आज्ञा भई अकाल की सभी चलायो पंथ सबसे करो मिलेंगे
ਸੁਣ ਮੇਤਾ ਜੀਉ ਪਿੰਡ ਸਭ ਤਨ ਅਰਪੀਜੈ ਦਰਸ਼ਨ ਹਰਿ ਜੀਉ ਪਾਈਐ ਪਇਓ ਅਨੁਗ੍ਰਹ ਪ੍ਰਸਾਦ ਸੰਤਨ ਕਾ ਹਰਿ ਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਕੁਲ ਨਿਰੰਜਨ ਲੀਠਾ ਪਇਓ ਅਨੁਗ੍ਰਹ ਪ੍ਰਸਾਦ ਸੰਤਨ ਕਾ ਹਰਿ ਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਕੁਲ ਨਿਰੰਜਨ ਲੀਠਾ ਵਾਹਿਗੁਰੂ ਜੀ ਕਾ ਖਾਲਸਾ ਨਮਸਕਾਰ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗੋ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ ਸਾਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਨੇ ਜਿਹਨਾਂ ਘੜੀਆਂ ਦੀ ਆਪਾਂ ਵੀ ਕਰਦੇ ਸਾਂ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਧੂ ਮਹਾਂਪੁਰਸ਼ ਦਾ ਸੰਗ ਬਖਸ਼ਿਆ ਹੈ ਅਤੇ ਮਹਾਂਪੁਰਸ਼ਾਂ ਤੋਂ ਆਪ ਜੀ ਨੇ ਬਚਨ ਸਰਵਣ ਕੀਤੇ ਨੇ ਇਹ ਸੰਸਾਰ ਸੁਪਨੇ ਦੀ ਨਿਆਈ ਹੈ ਜਿਸ ਦੇ ਨਾਲ ਅਸੀਂ ਹਿੱਤ ਲਾਈ ਬੈਠੇ ਹਾਂ ਵਾਸਤਵ ਵਿੱਚ ਇਹ ਸਭ ਕੁਝ ਨਾਸ਼ਵੰਤ ਹੈ ਜੋ ਸਾਨੂੰ ਦ੍ਰਿਸ਼ਟੀ ਗੋਚਰ ਹੈ ਤੋਂ ਖਤਮ ਹੋ ਜਾਣਾ ਅਸਲੀ ਜੋ ਸਾਡਾ ਮਨੋਰਥ ਹੈ ਦੁਨੀਆ ਤੇ ਆਉਣ ਦਾ ਉਹ ਇਹ ਜਿਹੜੇ ਸਵਾਸਾਂ ਦੀ ਪੂੰਜੀ ਅਸੀਂ ਲੈ ਕੇ ਆਏ ਹਾਂ ਜਿਸ ਵਕਤ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ ਮਹਾਂਪੁਰਸ਼ਾਂ ਦੇ ਪਾਸੋਂ ਐਸੀਆਂ ਵਿਧੀਆਂ ਜੁਗਤੀਆਂ ਪ੍ਰਾਪਤ ਹੁੰਦੀਆਂ ਨੇ ਬੜੀ ਅਪਾਰ ਕਿਰਪਾ ਹੋਈ ਹੈ ਸਾਰੀ ਸੰਗਤ ਵੱਲੋਂ ਮਹਾਂਪੁਰਸ਼ਾਂ ਨੂੰ ਜੀ ਆਇਆ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾਵਣਾ ਕਹਿੰਦੇ ਹੋਏ ਸਤਿਕਾਰ ਵਜੋਂ ਅਸੀਂ ਬੜਾ ਮਾਣ ਸਤਿਕਾਰ ਅਤੇ ਇਸੇ ਤਰ੍ਹਾਂ ਕਿਉਂਕਿ ਵੱਡੇ ਬਾਬਾ ਜੀ ਇਸੇ ਹੀ ਅਸਥਾਨ ਤੇ ਆਪਾਂ ਨੂੰ ਕਿਤਨੀ ਨਾਮ ਬਾਣੀ ਦੀ ਵਰਖਾ ਲਾ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਚਰਨਾਂ ਦੇ ਨਾਲ ਜੋੜ ਕੇ ਗਏ ਨੇ ਇਹਨਾਂ ਦਾ ਆਪਣਾ ਸਥਾਨ ਹੈ ਤੋ ਜਦੋਂ ਵੀ ਆਉਂਦੇ ਨੇ ਇੱਥੇ ਆਪਾਂ ਨੂੰ ਕਥਾ ਕੀਰਤਨਾਂ ਨਿਹਾਲ ਕਰਦੇ ਨੇ ਤੋ ਬਹੁਤ ਹੀ ਮਹਾਰਾਜ ਦੀ ਕਿਰਪਾ ਫਿਰ ਸਾਰਾ ਹਫਤਾ ਹੀ ਜੋ ਰੋਜ਼ਾਨਾ ਪ੍ਰੋਗਰਾਮ ਸ਼ੁਰੂ ਹੋਇਆ ਕਰੇਗਾ 6:30 ਵਜੇ ਕੀਰਤਨ ਪੂਰੇ ਜਥਾ ਆਣ ਕੇ ਸ਼ੁਰੂ ਕਰ ਦਿਆ ਕਰੇਗਾ 6:30 ਤੋਂ 9 ਵਜੇ ਤੱਕ ਰੋਜ਼ਾਨਾ ਦਾ ਇਹ ਪ੍ਰੋਗਰਾਮ ਹੈ ਤੋ ਪੂਰਾ ਹਫਤਾ ਅਗਲੇ ਐਤਵਾਰ ਤੱਕ ਆਪ ਜੀ ਆਣ ਕੇ ਕਥਾ ਕੀਰਤਨ ਦਾ ਆਨੰਦ ਮਾਣਨਾ ਹੈ ਤੋ ਇਸੇ ਤਰ੍ਹਾਂ ਹੀ ਹੁਣ ਅੱਜ ਪੂਰਨਮਾਸ਼ੀ ਦਾ ਜੋ ਦਿਹਾੜਾ ਹੈ ਸੱਚੇ ਪਾਤਸ਼ਾਹ ਜੀ ਨੇ ਅਖੰਡ ਪਾਠ ਤੇ ਆਪਾਂ ਭੋਗ ਸਰਵਣ ਕੀਤੇ ਨੇ ਸੰਗਤਾਂ ਨੇ ਦੂਰੋਂ ਨੇੜੇ ਚੱਲ ਕੇ ਹਾਜ਼ਰੀਆਂ ਭਰੀਆਂ ਹਨ ਪੂਰਨਮਾਸ਼ੀ ਵੀ ਮਹਾਂਪੁਰਸ਼ਾਂ ਦੀ ਵੱਡੇ ਬਾਬਾ ਜੀ ਤੋਂ ਚਲਾਈ ਹੋਈ ਮਰਿਆਦਾ ਗੁਰੂ ਨਾਨਕ ਮਹਾਰਾਜ ਜੀ ਕੱਤਕ ਦੀ ਪੂਰਨਮਾਸ਼ੀ ਨੂੰ ਆਏ ਅਤੇ ਬਾਕੀ ਦੀਆਂ ਵੀ 11 ਪੂਰਨਮਾਸ਼ੀਆਂ ਪੂਜਨ ਯੋਗ ਹੋ ਗਈਆਂ ਤੋ ਅੱਜ ਪੂਰਨਮਾਸ਼ੀ ਦੀ ਵੀ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਤੋ ਹੁਣ ਅਖੀਰ ਦੇ ਵਿੱਚ ਆਪ ਜੀ ਨੇ ਪ੍ਰਸ਼ਾਦ ਲੈ ਕੇ ਉਸ ਤੋਂ ਬਾਅਦ ਗੁਰੂ ਘਰ ਅੰਦਰ ਸ਼ਕਤੀ ਜਾਣੀ ਤੇ ਬਾਤਾਂ ਕਰਨੀ ਤੋ ਰੋਜ਼ਾਨਾ 6:30 ਤੋਂ 9 ਵਜੇ ਤੱਕ ਆਣ ਕੇ ਆਪ ਜੀ ਨੇ ਕਥਾ ਕੀਰਤਨ ਦਾ ਨੁਮਾਇਸ਼ ਕਰਨਾ ਇੱਥੇ ਹੀ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਿਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਿਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਿਨਾਮ 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 ਜੀ ਵਾਹਿਗੁਰੂ
हैं